ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਮਨਹਾਸ। ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਤੁਸੀਂ ਜਾਣਦੇ ਹੀ ਹੋਵੋਗੇ ਕਿ ਕਿਸਾਨ ਪੰਜਾਬ, ਹਰਿਆਣੇ ਦੇ ਅਤੇ ਦੇਸ਼ ਭਰ ਦੇ ਜੋ ਕਿਸਾਨ ਨੇ ਉਹ ਧਰਨੇ ਤੇ ਆਏ ਹੋਏ ਨੇ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਜਾਂਦੀ। ਬਸ ਆਨਲਾਈਨ ਇਹ ਕਿਹਾ ਜਾ ਰਿਹਾ ਕਿ ਜੋ ਨਵਾਂ ਕਾਨੂੰਨ ਲਿਆਇਆ ਜਾ ਰਿਹਾ ਹੈ, ਖੇਤੀ ਸੁਧਾਰ ਬਿੱਲ ਲਿਆਇਆ ਜਾ ਰਿਹਾ ਉਹ ਕਿਸਾਨਾਂ ਦੇ ਹਿੱਤ ਲਈ ਹੈ। ਪਰ ਕੀ ਇਹ ਸੱਚ ਹੈ ਕੀ ਝੂਠ, ਅੱਜ ਅਸੀਂ ਕੁਝ ਥੋੜੀ ਬਰੀਫ ਨੌਲੇਜ ਲੈਣ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁੱਦੇ ਬਾਰੇ ਅਤੇ ਜਾਣਦੇ ਹਾਂ ਕਿ ਕੀ ਹੋ ਰਿਹਾ ਹੈ ਸਭ ਕੁਝ। ਪਹਿਲਾਂ ਤਾਂ ਜਾਣਦੇ ਹਾਂ ਕਿ ਆਰਡੀਨੈਂਸ ਕੀ ਹੁੰਦੇ ਨੇ। ਐਕਚੁਅਲੀ ਸਰਕਾਰ ਪਹਿਲਾਂ ਲਾਅ ਲਈ ਕੁਝ ਇੱਕ ਪਟੀਸ਼ਨ ਜਾਰੀ ਕਰਦੀ ਹੁੰਦੀ ਜਾਂ ਇੱਕ ਕਾਨੂੰਨ ਜਾਰੀ ਕਰਦੀ ਹੁੰਦੀ, ਇੱਕ ਰਿਕੁਆਇਰਮੈਂਟ ਜਾਰੀ ਕਰਦੀ ਹੁੰਦੀ ਕਿ ਵੀ ਆਪਾਂ ਇਸ ਬਾਰੇ ਡਿਬੇਟ ਗੱਲ ਕਰਨੀ ਆ, ਕਿਸੇ ਲਾਅ ਨੂੰ ਚੇਂਜ ਕਰਨਾ। ਤਾਂ ਸਰਕਾਰ ਦੇ ਲਈ ਬਹੁਤ ਵਧੀਆ ਗੱਲ ਹੁੰਦੀ, ਪਰ ਸਰਕਾਰ ਨੇ ਇੱਥੇ ਉਲਟਾ ਕੀਤਾ। ਸਰਕਾਰ ਨੇ ਹਮੇਸ਼ਾ ਤਰ੍ਹਾਂ ਆਪਣੀ ਮਨਮਰਜ਼ੀ ਦਿਖਾਉਂਦਿਆਂ ਹੋਇਆਂ ਜੂਨ 2020 ਜਦੋਂ ਕੋਵਿਡ ਅਨਲੌਕਿੰਗ ਪ੍ਰੋਸੈਸਿੰਗ ਸਟਾਰਟ ਹੋ ਚੁੱਕੀ ਸੀਗੀ, ਸਟੇਟਾਂ ਲੋਕਡਾਊਨ ਤੋਂ ਬਾਹਰ ਨਿਕਲਣੇ ਸੀ, ਲੋਕ ਬਾਹਰ ਨਿਕਲ ਰਹੇ ਸਨ, ਉਸ ਸਮੇਂ ਪ੍ਰੈਜ਼ੀਡੈਂਟ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਰ ਨੇ ਕਿਹਾ ਕਿ ਉਹ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਕਿ ਆਰਡੀਨੈਂਸ ਜੋ ਐਗਰੀਕਲਚਰ ਦੇ ਉੱਤੇ ਚੇਂਜਸ ਦੇ ਲਿਆਏ ਜਾਣ, ਯਾਨੀ ਕਿ ਭਾਵ ਐਗਰੀਕਲਚਰ ਦੇ ਵਿੱਚ ਨਵੇਂ ਰਿਫਾਰਮ ਲਿਆਏ ਜਾਣ। ਇਹ ਆਰਡੀਨੈਂਸ ਉਦੋਂ ਲਿਆਂਦੇ ਜਾ ਰਹੇ ਸਨ ਜਦੋਂ ਕਿ ਪੂਰਾ ਦੇਸ਼ ਕੋਵਿਡ ਦੀ ਮਹਾਮਾਰੀ ਨਾਲ ਜੂਝ ਰਿਹਾ ਤੇ ਅਰਥਵਿਵਸਥਾ -23% ਤੱਕ ਇਹ ਉਦੋਂ ਲਿਆਏ ਜਾ ਰਹੇ ਜਦੋਂ ਕਿ ਸਾਡੀ ਇਕਨੋਮਿਕ ਯਾਨੀ GDP ਗਰੋਥ -23% ਤੱਕ ਪਹੁੰਚ ਚੁੱਕੀ ਹੈ। ਸੌਖੀ ਗੱਲ ਕਰਦੇ ਹਾਂ ਆਰਡੀਨੈਂਸ ਕਿੰਨੇ ਟਾਈਮ ਤੱਕ ਵੈਲਿਡ ਹੁੰਦੇ ਹਨ ਤੇ ਕੀ ਹੁੰਦਾ ਇਹਨਾਂ ਦਾ ਪ੍ਰਭਾਵ। ਆਰਡੀਨੈਂਸ 6 ਹਫ਼ਤੇ ਜਾਂ 6 ਮਹੀਨੇ ਦੇ ਵੈਲਿਡ ਹੁੰਦੇ ਹਨ। ਰਾਸ਼ਟਰਪਤੀ ਵੱਲੋਂ ਅਪਲਾਈ ਕੀਤੇ ਜਾਂਦੇ, ਯਾਨੀ ਰਾਸ਼ਟਰਪਤੀ ਵੱਲੋਂ ਪਾਸ ਆਊਟ ਕੀਤੇ ਜਾਂਦੇ ਨੇ। ਇਹਨਾਂ ਨੂੰ ਪਰਮਾਨੈਂਟ ਕਰਨ ਦੇ ਲਈ ਪਾਰਲੀਮੈਂਟ ਵਿੱਚੋਂ ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਰਾਜ ਸਭਾ, ਲੋਕ ਸਭਾ ਨੂੰ ਦੋਵਾਂ ਨੂੰ ਕੰਬਾਈਨ ਨੂੰ ਪਾਰਲੀਮੈਂਟ ਹਾਊਸ ਕਹਿੰਦੇ ਨੇ। ਜਿਸਦੇ ਸੈਸ਼ਨ 1 ਸਤੰਬਰ 'ਚ ਓਪਨ ਹੋਇਆ ਤਾਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਵੱਲੋਂ ਵੀ ਇਹੀ ਕਿਹਾ ਗਿਆ ਕਿ ਅਸੀਂ ਕਿਸਾਨਾਂ ਦੇ ਲਈ ਵਨ ਨੇਸ਼ਨ ਵਨ ਮਾਰਕੀਟ ਦਾ ਰੂਲ ਲਿਆ ਰਹੇ ਹਾਂ ਅਤੇ ਇਸ ਨਾਲ ਕਿਸਾਨਾਂ ਨੂੰ ਡਾਇਰੈਕਟ ਫਾਇਦਾ ਹੋਊਗਾ। ਡਾਇਰੈਕਟ ਫਾਇਦਾ ਦੇ ਭਾਵ ਯਾਨੀ ਕਿ ਕਿਸਾਨਾਂ ਦੇ ਵਿੱਚ ਜੋ ਆੜਤੀ ਮਿਡਲਮੈਨ ਸੀਗਾ ਉਹਨੂੰ ਹਟਾ ਦਿੱਤਾ ਜਾਵੇਗਾ ਅਤੇ ਕਿਸਾਨ ਆਪਣੀ ਡਾਇਰੈਕਟ ਫਸਲ ਕਿਸੇ ਵੀ ਕੰਪਨੀ ਜਾਂ ਫਿਰ ਕਿਸੇ ਵੀ ਵੱਡੇ ਅਦਾਰੇ ਨੂੰ ਵੇਚ ਸਕਣਗੇ। ਪਰ ਕੀ ਸਰਕਾਰ ਨੇ ਇਹਦੇ ਲਈ ਕੋਈ ਪਾਰਟੀਕੂਲਰ ਨਿਯਮ ਜਾਂ ਫਿਰ ਪਾਰਟੀਕੂਲਰ ਸਿਸਟਮ ਲਿਆਂਦਾ ਕਿ ਕਿਸਾਨ ਨੂੰ ਫਾਇਦਾ ਵੀ ਹੋਵੇ, ਜਿਵੇਂ ਅਮਰੀਕਾ ਯੂਰਪ ਵੱਲ ਹੈ? ਪਰ ਇਹ ਐਕਚੁਅਲੀ ਲਾਅ ਜੋ ਇਹ ਦਿਖਾ ਰਹੇ ਨੇ ਇਹ ਲਿਆਂਦਾ ਅਮਰੀਕਾ ਤੇ ਯੂਰਪ ਵੱਲੋਂ ਗਿਆ ਹੈ, ਜਿੱਥੇ ਕਿ ਵੱਡੀ ਤਾਨਾਸ਼ਾਹੀ ਕੰਪਨੀਆਂ ਛੋਟੇ ਕਿਸਾਨਾਂ ਨੂੰ ਆਪਣੇ ਐਗਰੀਮੈਂਟਾਂ ਵਿੱਚ ਫਸਾ ਕੇ ਮਾਰ ਰਹੀਆਂ ਨੇ। ਜੇ ਗੱਲ ਕਰੀਏ ਇੱਥੇ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਚਾਹਾਂਗਾ ਕਿ ਪੈਪਸੀ ਨੇ 2019 ਦੇ ਵਿੱਚ ਪੈਪਸੀਕੋ ਯਾਨੀ ਜੋ ਲੇਜ਼ ਪ੍ਰੋਡਕਸ਼ਨ ਕਰਦੀ ਹੈ ਉਹਦੀ ਕੰਪਨੀ ਹੈ, ਕਿਸਾਨਾਂ ਨੇ ਉਸ ਐਗਰੀਮੈਂਟ ਦੇ ਅਧੀਨ ਕੁਝ 5-10 ਕੱਟੇ ਜਾਂ 5-10 ਬੋਰੀਆਂ ਬਾਹਰ ਮਾਰਕੀਟ 'ਚ ਵੇਚ ਦਿੱਤੀਆਂ ਅਤੇ ਇਸ ਚੀਜ਼ ਨੂੰ ਦੇਖਦੇ ਹੋਏ ਕਿਸਾਨਾਂ ਦੇ ਉੱਤੇ ਪੈਪਸੀਕੋ ਨੇ ਕੇਸ ਦਰਜ ਕਰਾ ਦਿੱਤਾ, ਜੋ ਕਿ ਸੁਪਰੀਮ ਕੋਰਟ, ਹਾਈ ਕੋਰਟ ਵਿੱਚ ਵੀ ਗਿਆ। ਜਿਸ ਦਾ ਭਾਵ ਯਾਨੀ ਕਿਸਾਨ ਨੂੰ ਇੱਕ ਜਕੜ ਲਿਆ ਜਾਂਦਾ ਕਿ ਉਹ ਆਪਣੇ ਪ੍ਰੋਡਕਟ ਕਿਤੇ ਵੇਚ ਨਹੀਂ ਸਕਦਾ। ਹਾਂ, ਉਸ ਐਗਰੀਮੈਂਟ ਤੇ ਇਹ ਸੀਗਾ ਕਿ ਉਹ ਪ੍ਰੋਡਕਟ ਕਿਸਾਨ ਦੇ ਸੀ, ਬਟ ਉਹਨਾਂ ਨੂੰ ਪੈਦਾਵਾਰ ਦੇ ਲਈ ਕਿਸਾਨ ਨੂੰ ਮੁਹੱਈਆ ਪੈਪਸੀਕੋ ਨੇ ਕਰਾਇਆ ਸੀ। ਉਸ ਚੀਜ਼ ਤੇ ਜੇ ਕਿਸਾਨ ਕੀ ਕਰੇ। ਹੁਣ ਜੋ ਨਵਾਂ ਅਮੈਂਡਮੈਂਟ ਆਇਆ ਉਹਦੇ ਵਿੱਚ ਕੀ ਸੁਧਾਰ ਕੀਤੇ ਗਏ ਨੇ ਜਾਂ ਕੀ ਚੇਂਜਸ ਕੀਤੇ ਗਏ ਨੇ ਉਹਨਾਂ ਬਾਰੇ ਵੀ ਕੁਝ ਗੱਲਬਾਤ ਕਰ ਲੈਂਦੇ ਹਾਂ। ਇਹਦੇ ਵਿੱਚ 3 ਮੁੱਖ ਕਾਰਨਾਂ ਬਾਰੇ ਆਪਾਂ ਗੱਲ ਕਰ ਰਹੇ ਕੀ ਸੁਧਾਰ ਕੀਤੇ ਗਏ ਨੇ। ਇਹਦੇ ਵਿੱਚ ਜੋ ਸਟੇਟ ਦਾ ਸੀਗਾ ਇਨਸਾਈਡ ਆਊਟਸਾਈਡ ਦਾ ਕਿਸਾਨ ਕਿਤੇ ਵੀ ਵੇਚ ਸਕਦਾ ਹੈ, ਪਰ ਐਕਚੁਅਲੀ ਦੇ ਵਿੱਚ ਕਿਸਾਨ ਤਾਂ ਪਹਿਲਾਂ ਹੀ ਵੇਚ ਸਕਦਾ ਸੀਗਾ, ਜੋ ਕਿ 1950 ਜਾਂ 56 ਦਾ ਕਾਨੂੰਨ ਆ ਉਹਦੇ ਸੁਧਾਰ ਕਰ ਦਿੱਤਾ ਗਿਆ ਸੀਗਾ। ਉਹਦੇ ਵਿੱਚ ਪਹਿਲਾਂ ਤੋਂ ਹੀ ਉਸ ਸਮੇਂ ਵਿੱਚ ਕਿ ਕਿਸਾਨ ਆਪਣੇ ਇੰਟਰਸਟੇਟ ਜਾਂ ਆਊਟ ਸਟੇਟ ਤੋਂ ਕਿਤੇ ਵੀ ਫਸਲ ਵੇਚ ਸਕਦਾ ਹੈ। ਪਰ ਹੁਣ ਜੇ ਗੱਲ ਕਰੀਏ ਕਿ ਲੋਕਲ ਕਿਸਾਨ ਜੋ ਜਲੰਧਰ 'ਚ ਜਾਂ ਲੁਧਿਆਣੇ 'ਚ ਰਹਿੰਦਾ, ਕੀ ਉਹ ਆਪਣੀ ਫਸਲ ਛੱਤੀਸਗੜ੍ਹ ਲੈ ਕੇ ਜਾਊਗਾ ਵੇਚਣ ਦੇ ਲਈ? ਕੀ ਉਹ ਆਪਣੀ ਫਸਲ ਅਸਾਮ ਲੈ ਕੇ ਜਾਊਗਾ ਵੇਚਣ ਦੇ ਲਈ? ਨਹੀਂ, ਕਦੇ ਵੀ ਨਹੀਂ। ਕਿਸਾਨ ਆਪਣੀ ਲੋਕਲ ਮਾਰਕੀਟ ਨੂੰ ਹੀ ਪ੍ਰੈਫਰ ਦੇਗਾ ਜਾਂ ਫਿਰ ਆਪਣੀ ਇੰਟਰਸਟੇਟ ਦੇ ਅੰਦਰ ਹੀ ਦੇਣ ਦੀ ਕੋਸ਼ਿਸ਼ ਕਰੇਗਾ। ਛੋਟਾ ਕਿਸਾਨ ਕਿਤੇ ਦੌੜ ਕੇ ਜਾ ਕੇ ਵੇਚਣ ਨਹੀਂ ਜਾਊਗਾ, ਇੰਨਾ ਟਾਈਮ ਖਰਾਬ ਨਹੀਂ ਕਰੂਗਾ, ਨਾ ਹੀ ਉਹ ਕੋਈ ਇੰਨਾ ਸੋਰਸ ਹੁੰਦਾ ਕਿ ਉਹ ਇੰਨੀ ਦੂਰ ਤੱਕ ਵੇਚ ਸਕੇ ਆਪਣਾ ਮਾਲ। ਕੰਪਨੀਆਂ ਨੂੰ ਹੀ ਉਦੋਂ ਤੱਕ ਰੀਚ ਕਰਨੀ ਪੈਣੀ ਹੈ। ਛੋਟਾ ਕਿਸਾਨ ਜਾਂ ਫਿਰ ਸਾਡਾ ਉਹ ਤਬਕਾ ਜੋ ਨਹੀਂ ਪੜਿਆ ਹੋਇਆ ਜਾਂ ਅਨਐਜੂਕੇਟਡ ਹੈ, ਉਹ ਵੱਡੀ ਕੰਪਨੀਆਂ ਦੇ ਜਾਲ ਤੋਂ ਕਿੱਦਾਂ ਬਚੂਗਾ? ਤੀਜੀ ਗੱਲ, ਇਹ 'ਚ MSP ਦੀ ਕੋਈ ਗੱਲ ਕੀਤੀ ਨਹੀਂ ਗਈ। ਸਟੇਟਾਂ ਦਾ ਜੋ ਨਿਯਮ ਸੀ, ਜੋ ਸਟੇਟਾਂ ਦੇ ਕੋਲ ਕੰਟਰੋਲ ਸੀ ਐਗਰੀਕਲਚਰ ਦਾ, ਉਹ ਸੈਂਟਰਲਾਈਜ਼ ਹੋ ਗਿਆ, ਯਾਨੀ ਕਿ ਸੈਂਟਰ ਨੇ ਉਹ ਸਾਰਾ ਕੰਟਰੋਲ ਆਪਣੇ ਕੋਲ ਰੱਖ ਲਿਆ ਹੈ। ਜਿਸ ਤੋਂ ਬਾਅਦ ਸਟੇਟਾਂ ਨੇ ਹੁਣ ਕੁਝ ਕਰ ਨਹੀਂ ਸਕਦੀ। ਜੇ ਕੋਈ ਕਿਸਾਨ ਦੇ ਨਾਲ ਕੋਈ ਵੀ ਠੱਗੀ ਮਾਰੀ ਹੋ ਜਾਂਦੀ ਹੈ ਤਾਂ ਕਿਸਾਨ ਕਿਤੇ ਵੀ ਅਪਲਾਈ ਤੱਕ ਨਹੀਂ ਕਰ ਸਕਦਾ। ਇਵਨ ਉਹਦਾ ਜੋ ਕੇਸ ਦੀ ਪ੍ਰੋਬਲਮ ਹੋਊਗੀ ਉਹ DC ਜਾਂ ਫਿਰ SDM ਸੁਣਨਗੇ। DC ਜਾਂ SDM ਇੰਨੇ ਫ੍ਰੀ ਨੇ ਕਿ ਉਹ ਇਹਨਾਂ ਦੀ ਗੱਲਾਂ ਸੁਣਨਗੇ ਕਿਸਾਨ ਦੀਆਂ? ਨਹੀਂ, ਕਦੀ ਵੀ ਨਹੀਂ। DC ਤੇ SDM ਕੋਲ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਕੇਸ ਹੁੰਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਸੁਣਵਾਈ ਕਰਨੀ ਹੁੰਦੀ ਜਾਂ ਫਿਰ ਉਹਨਾਂ ਨੂੰ ਸੋਲਵ ਆਊਟ ਕਰਨਾ ਹੁੰਦਾ ਹੈ। ਥਾਂ ਦੇ ਉੱਤੇ ਪਾਬੰਦੀ ਲਗਾਉਣੀ ਕਿ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਨਹੀਂ ਜਾ ਸਕਦਾ, ਇਹ ਕੁਝ ਗੱਲ ਕਿਸਾਨਾਂ ਨੂੰ ਵੀ ਨਹੀਂ ਪੱਲੇ ਪੈ ਰਹੀ। ਕਿਉਂਕਿ ਜੇਕਰ ਤੁਸੀਂ ਕਿਸਾਨ ਨੂੰ ਪਾਵਰ ਦੇ ਰਹੇ ਹੋ ਤਾਂ ਉਹਨਾਂ ਕੋਲ ਕੋਆਪਰੇਟਿਵ ਅਦਾਰੇ ਨਾਲ ਲੜਨ ਦੀ ਪਾਵਰ ਵੀ ਦਿਓ। ਪਰ ਇੱਥੇ ਕੋਆਪਰੇਟ ਅਦਾਰੇ ਨੂੰ ਖੁੱਲਾ ਰੱਖਿਆ ਗਿਆ ਕਿ ਜੋ ਮਰਜ਼ੀ ਕਰ ਸਕਦਾ ਕਿਸਾਨ ਦੇ ਨਾਲ, ਜੋ ਸੁਪਰੀਮ ਕੋਰਟ 'ਚ ਘੜੀਸਣ ਚਾਹੁੰਦਾ ਘੜੀਸ ਸਕਦਾ। ਜਿੱਦਾਂ ਤੁਹਾਨੂੰ ਦੱਸਿਆ ਮੈਂ, ਪੈਪਸੀਕੋ ਨੇ ਸੁਪਰੀਮ
ਹਾਈ ਕੋਰਟ ਦੇ ਵਿੱਚ ਕਿਸਾਨਾਂ ਨੂੰ ਘੜੀਸਿਆ ਸੀ, ਜਿਨ੍ਹਾਂ ਨੇ ਉਹਨਾਂ ਦੇ ਆਲੂ ਦੇ ਕੁਝ ਕੱਟੇ ਆਪਣੇ ਖੇਤ ਦੇ ਵਿੱਚੋਂ ਉਗਾਇਓ ਕਿਤੇ ਬਾਹਰ ਮਾਰਕੀਟ 'ਚ ਵੇਚੇ ਹੋਊਗੇ ਜਾਂ ਫਿਰ ਅਨਫੋਰਚੂਨੇਟਲੀ ਜਦ ਨਿਕਲ ਗਏ ਹੋਊਗੇ, ਜੋ ਮਰਜ਼ੀ ਕਹਿ ਲਈਏ ਆਪਾਂ ਨਾ। ਤੇ ਕਿਸਾਨ ਦੇ ਉੱਤੇ ਦੋਸ਼ ਲਾ ਦਿੰਦੇ ਨੇ, ਤਾਂ ਇਹਦੇ ਵਿੱਚ ਕਿਸਾਨ ਨੂੰ ਘੱਟ ਪਾਵਰ ਦਿੱਤੀ ਗਈ ਹੈ, ਜਿਸ ਦੇ ਕਾਰਨ ਕਿਸਾਨ ਹੋਰ ਵਿਰੋਧ ਕਰ ਰਿਹਾ ਹੈ। ਜਿੱਥੇ ਤੱਕ ਦੇਖਿਆ ਜਾਵੇ ਕਿਸਾਨ ਵਿਰੋਧ ਕਰਨਾ ਜਾਇਜ਼ ਵੀ ਹੈ। ਇਹ ਗੱਲ ਇਹਦੇ ਵਿੱਚ ਇਹ ਨਿਕਲ ਕੇ ਆਉਂਦੀ ਹੈ ਕਿ ਕਿਸਾਨ ਨੂੰ ਇਹਦੇ ਵਿੱਚ ਕਮਜ਼ੋਰ ਰੱਖਿਆ ਗਿਆ ਤੇ ਜ਼ਿਆਦੀ ਪਾਵਰ ਆਟੋਨੋਮਸ ਪਾਵਰ ਦਿੱਤੀ ਗਈ ਹੈ, ਜਾਂ ਸੈਂਟਰਲ ਦੀ ਸਰਕਾਰ ਨੂੰ ਜਾਂ ਫਿਰ ਕਾਰਪੋਰੇਟ ਅਦਾਰਿਆਂ ਨੂੰ। ਇਸ ਚੀਜ਼ ਨੂੰ ਦੇਖਦੇ ਕਿਸਾਨ ਭੜਕ ਰਹੇ ਨੇ ਤੇ ਉਹ ਸ਼ਾਇਦ ਕਿਸੇ ਹੱਦ ਤੱਕ ਜਾਇਜ਼ ਵੀ ਨੇ, ਕਿਉਂਕਿ ਆਪਾਂ ਜੇ ਕਿਸੇ ਹੋਰ ਨਿੱਜੀ ਕੰਪਨੀ ਦੀ ਗੱਲ ਕਰਦੇ ਹਾਂ ਤਾਂ ਜੋ ਮਾਰਕੀਟ ਬੋਰਡ ਕਮੇਟੀਆਂ ਹੁੰਦੀਆਂ ਸਨ, ਮਾਰਕੀਟ ਅੰਦਰ ਜਾ ਕੇ ਕੋਈ ਵੀ ਕਿਸਾਨ ਆਪਣੀ ਫਸਲ ਵੇਚਦਾ ਸੀਗਾ, ਉਸ ਦੇ ਉੱਤੇ ਕੋਈ ਟੈਕਸ ਨਹੀਂ ਸੀ ਲੱਗਦਾ। ਪਰ ਸਰਕਾਰ ਨੇ ਇੱਥੇ ਕਿਤੇ ਗੱਲ ਨਹੀਂ ਕੀਤੀ ਕਿ ਜਦੋਂ ਕਿਸਾਨ ਆਪਣੀ ਕਿਸੇ ਕਾਰਪੋਰੇਟ ਅਦਾਰੇ ਨੂੰ ਆਪਣੀ ਫਸਲ ਵੇਚਣ ਜਾਊਗਾ ਕਿ ਉਸ ਦੇ ਉੱਤੇ ਟੈਕਸ ਮਿਲੂਗਾ, ਲੱਗੂਗਾ, ਨਹੀਂ ਲੱਗੂਗਾ, ਉਸ ਬਾਰੇ ਕੁਝ ਗੱਲ ਨਹੀਂ ਕੀਤੀ ਗਈ। ਲੇਕਿਨ ਜਦੋਂ ਕਿਸਾਨ ਪਹਿਲਾਂ ਮੰਡੀ 'ਚ ਜਾ ਕੇ ਆਪਣੀ ਫਸਲ ਵੇਚ ਕੇ ਆਉਂਦਾ ਸੀਗਾ, ਉਸ ਦੇ ਉੱਤੇ ਕੋਈ ਟੈਕਸ ਨਹੀਂ ਸੀ ਲੱਗਦਾ। ਜੇਕਰ ਆਪਾਂ ਦੇਖਿਆ ਜਾਏ ਤਾਂ ਕਿਸਾਨ ਬਹੁਤ ਜ਼ਿਆਦਾ ਰਿਸਕੀ ਵਰਕ ਕਰਦਾ ਹੈ। ਯਾਨੀ ਕਿ ਰਿਸਕੀ ਵਰਕ ਕਿਵੇਂ ਕਹਿ ਦੇਵਾਂ ਕਿ ਜਦੋਂ ਤੁਸੀਂ ਕੋਈ ਫਸਲ ਵੇਚ, ਤੁਹਾਨੂੰ ਕੋਈ ਗਰੰਟੀ ਹੁੰਦੀ ਉਹਦੀ ਫਸਲ ਅੱਗੇ ਐਂਡ ਤੱਕ ਤੁਹਾਡੀ ਪਹੁੰਚਣੀ, ਮੀਂਹ ਨਾ ਖਰਾਬ ਹੋ ਜਾਵੇ ਜਾਂ ਸਰਕਾਰ ਦਾ ਰੇਟ ਡਿੱਗ ਜਾਵੇ ਜਾਂ ਫਿਰ ਉਸ ਫਸਲ ਨੂੰ ਕਿਸੇ ਕੀੜੇ ਦੇ ਕਾਰਨ ਬਿਮਾਰੀ ਲੱਗ ਜਾਵੇ, ਪਾਣੀ ਨਾ ਲੱਗੇ, ਕੋਈ ਵੀ ਕਾਰਨ ਕਰਕੇ ਉਹ ਹਾਈਲੀ ਰਿਸਕ ਤੇ ਰਹਿੰਦੀ ਹੈ। ਜਦ ਤੱਕ ਉਹ ਫਸਲ ਤੁਸੀਂ ਵੱਢ ਕੇ ਉਹਦੇ ਪੈਸੇ ਨਹੀਂ ਕਮਾ ਲੈਂਦੇ। ਸਰਕਾਰ ਨੇ ਅੱਜ ਤੱਕ ਕਦੇ ਵੀ ਕੋਈ ਕਲੇਮ ਦਿੱਤਾ, ਹਾਂ ਇੰਸ਼ੋਰੈਂਸਾਂ ਦੀ ਗੱਲ ਕਰ ਰਹੇ ਆ, ਬਟ ਜਦੋਂ ਇੰਸ਼ੋਰੈਂਸ ਕਲੇਮ ਦੀ ਕੰਪਨੀ ਨਾਲ ਵੀ ਗੱਲ ਕਰਨ ਜਾਓਗੇ ਨਾ ਤਾਂ ਤੁਹਾਨੂੰ ਦੱਸੂਗੇ ਕਿ ਕਿਹੜੇ ਕਿਹੜੇ ਕਲਾਉਜ਼ ਹੁੰਦੇ ਨੇ। 100 ਕਲਾਉਜ਼ ਸਾਡੇ ਮੁੱਲ ਗਿਣਾ ਦੂਗੇ, ਤੁਹਾਨੂੰ ਫਸਲ ਦਾ ਤੁਹਾਡਾ ਮੁੱਲ ਨਹੀਂ ਮਿਲਣਾ ਜੇ ਕੱਲ੍ਹ ਨੂੰ ਕੁਝ ਵੀ ਦੁਰਘਟਨਾ ਹੋ ਜਾਂਦੀ ਹੈ। ਸਰਕਾਰ ਨੇ MSP ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਸੀਗਾ, ਜੋ ਪ੍ਰੋਡਕਟ ਦਾ MSP ਸੀ, ਉਹਨੂੰ ਖਤਮ ਕਰਦਾ। ਮਿਨੀਮਮ ਸਪੋਰਟਿੰਗ ਪ੍ਰਾਈਸ ਜਿਸ ਨੂੰ ਕਹਿੰਦੇ ਆ, ਉਹ ਵੀ ਖਤਮ ਕਰਦਾ। ਉਸ ਨੂੰ ਖਤਮ ਕਰਨ ਦਾ ਮੇਨ ਮਕਸਦ ਇਹ ਸੀਗਾ ਕਿ ਕਿਸਾਨ ਨੂੰ ਇੱਕ ਓਪਨ ਮਾਰਕੀਟ ਦਿੱਤੀ ਜਾਵੇ। ਇਹ ਸਰਕਾਰ ਦਾ ਕਹਿਣਾ ਹੈ, ਪਰ ਕਿਸਾਨ ਇੱਥੇ ਡਰ ਗਿਆ ਕਿ ਮਿਨੀਮਮ ਸਪੋਰਟਿੰਗ ਪ੍ਰਾਈਸ ਜੇ ਤੁਸੀਂ ਖਤਮ ਕਰ ਰਹੇ ਹੋ ਤਾਂ ਉਸ ਨੂੰ ਕਿਸੇ ਵੀ ਫਸਲ ਦਾ ਰੇਟ ਸਹੀ ਤਾਂ ਪਹਿਲਾਂ ਨਹੀਂ ਸੀ ਮਿਲ ਰਿਹਾ, ਸਮਾਂ ਕੇ ਉੱਤੋਂ ਵੀ ਹੁਣ ਘੱਟ ਰੇਟ ਮਿਲੂਗਾ। ਮੰਨ ਲਓ ਕਿ ਕਿਸਾਨ ਨੇ ਕੋਈ ਫਸਲ ਬੀਜੀ, ਉਹ ਫਸਲ ਖਰਾਬ ਹੋ ਜਾਂਦੀ ਹੈ ਜ਼ਿਆਦਾ ਮੀਂਹ ਨਾਲ, ਜ਼ਿਆਦਾ ਪਾਣੀ ਨਾ ਲੱਗਣ ਨਾਲ, ਤੇ ਕਿਸਾਨ ਉਸ ਕੋਲ ਟਾਈਮ ਹੁੰਦਾ ਤੇ ਕਿਸਾਨ ਦੇ ਕੋਲ ਹੋਰ ਕੁਝ ਹੁੰਦਾ ਨਹੀਂ, ਇਸ ਲਈ ਉਸਨੂੰ ਦੁਬਾਰਾ ਫਸਲ ਹੀ ਬੀਜਣੀ ਪੈਣੀ ਹੈ, ਜੋ ਮਰਜ਼ੀ ਕਰ ਲਵੇ। ਕਿਸਾਨ ਦੂਜੀ ਫਸਲ ਬੀਜਦਾ ਹੈ ਕਰਜ਼ੇ ਤੋਂ ਪੈਸਾ ਚੱਕ ਕੇ ਜਾਂ ਜਿਵੇਂ ਵੀ ਗੱਲ ਕਰ ਲਈਏ, ਉਸਨੂੰ ਉਹ ਪੈਸਾ ਵਿਆਜੂ ਪੈਸਾ ਵੀ ਵਾਪਸ ਕਰਨਾ ਹੁੰਦਾ, ਫਸਲ ਵੀ ਕਰਨੀ ਹੁੰਦੀ, ਪਰਿਵਾਰ ਵੀ ਪਾਲਣਾ ਹੁੰਦਾ, ਆਪਣੀ ਜ਼ਿੰਦਗੀ ਵੀ ਸੁਧਾਰਨੀ ਹੁੰਦੀ, ਜਾਂ ਫਿਰ ਜਿਹੜੇ ਹੋਰ ਲੋਨ ਖੜੇ ਹੁੰਦੇ ਪਹਿਲੇ ਉਹਨਾਂ ਨੂੰ ਵੀ ਪੂਰਾ ਕਰਨਾ ਪੈਂਦਾ ਹੈ। ਕਿਸਾਨ ਇੱਕ ਰਿਸਕੀ ਵਰਕ ਕਰਦਾ ਹੈ, ਰਿਸਕੀ ਸੈਕਟਰ ਦੇ ਵਿੱਚ ਹੈ। ਪਰ ਜੇ ਗੱਲ ਕਰੀਏ ਸੈਕਟਰ ਸਿਰਫ -2% ਗਿਆ ਹੈ GDP ਦੇ ਵਿੱਚ, ਤੇ ਜੇ ਗੱਲ ਕਰੀਏ ਬਾਕੀ ਸੈਕਟਰ ਸਾਰੇ -23%, 24%, 12%, 15% ਤੱਕ ਗਏ ਨੇ। ਉੱਤੇ ਮੋਟੀ ਗੱਲ ਇਹ ਵੀ ਹੁਣ ਸਾਹਮਣੇ ਆਉਂਦੀ ਹੈ ਕਿ ਸਰਕਾਰ ਨੇ ਕੁਝ ਆਪਣੇ ਮਹੀਨਿਆਂ ਵਿੱਚ ਇਹ ਵੀ ਦਾਅਵੇ ਕੀਤੇ ਨੇ ਕਿ ਉਹ ਚਾਹੁੰਦੇ ਨੇ ਕਿਸਾਨ ਆਪਣੀ ਖੇਤੀ ਛੱਡ ਕੇ ਸਿੱਧੇ ਸ਼ਹਿਰਾਂ ਵਿੱਚ ਕੰਮ ਕਰਨਾ ਸ਼ੁਰੂ ਕਰਤੇ। ਇੱਕ ਗੱਲ ਇਹ ਸੋਚਣ ਨੂੰ ਮਿਲਦੀ ਹੈ ਕਿ ਕਿਸਾਨ ਨੂੰ ਤੁਸੀਂ ਹਟਾਓਗੇ ਕਿੱਦਾਂ? ਇਹੀ ਢੰਗ ਹੈ ਕਿਸਾਨ ਦੀ ਜ਼ਮੀਨ ਹੜਪ ਲਓ। ਕਿਸਾਨ ਦੀ ਜ਼ਮੀਨ ਹੜਪਣ ਦਾ ਇਸ ਬਿੱਲ ਦੇ ਵਿੱਚ ਪੂਰਾ ਪ੍ਰਬੰਧ ਕਰ ਦਿੱਤਾ ਗਿਆ ਸਰਕਾਰ ਵੱਲੋਂ। ਕਿਵੇਂ? ਸਰਕਾਰ ਕਹਿ ਰਹੀ ਹੈ ਕਿ ਸਰਕਾਰ ਜੇ ਕੋਈ ਵੀ ਲੈਂਡ ਨੂੰ ਖਰੀਦਣਾ ਚਾਹੁੰਦੀ ਐਗਰੀਕਲਚਰ ਲੈਂਡ ਨੂੰ, ਤਾਂ ਸਰਕਾਰ ਉਸ ਦਾ ਜੋ ਰੇਟ ਹੈ ਸਰਕਾਰੀ ਰੇਟ ਉਹੀ ਜ਼ਿਮੀਂਦਾਰ ਜਾਨੀ ਕਿਸਾਨ ਨੂੰ ਅਦਾ ਕਰੇਗੀ, ਉਸ ਤੋਂ ਇਲਾਵਾ ਕੁਝ ਨਹੀਂ। ਪਹਿਲਾਂ ਕੀ ਹੁੰਦਾ ਸੀ, ਕਿਸਾਨ ਆਪਣੀ ਕੋਈ ਵੀ ਜ਼ਮੀਨ ਪ੍ਰਾਪਰਟੀ ਜੇ ਸਰਕਾਰ ਲੈਣਾ ਚਾਹੁੰਦੀ ਤਾਂ ਸਰਕਾਰ ਨੂੰ ਉਸ ਦਾ 3%, 4% ਕੁਝ ਐਕਸਟਰਾ ਦੇਣਾ ਪੈਂਦਾ ਹੁੰਦਾ ਸੀਗਾ। ਹਾਂ ਸ਼ਾਇਦ ਉਹ ਵੀ ਦੇਣਗੇ, ਬਟ ਜੇ ਕਿਸਾਨ ਡਿਸਐਗਰੀ ਹੋ ਜਾਂਦਾ ਸੀਗਾ ਇਸ ਲੈਂਡ ਨੂੰ ਵੇਚਣ ਦੇ ਲਈ ਤਾਂ ਸੁਪਰੀਮ ਕੋਰਟ ਹਾਈ ਕੋਰਟ ਜਾ ਸਕਦਾ ਸੀਗਾ ਕਿਸਾਨ। ਬਟ ਇੱਥੇ ਕਿਸਾਨ ਨੂੰ ਕਿਤੇ ਵੀ ਜਾਣ ਤੋਂ ਰੋਕ ਦਿੱਤਾ ਗਿਆ, ਜਾਣੀ ਕਿ ਸੁਪਰੀਮ ਕੋਰਟ ਹਾਈ ਕੋਰਟ ਦੇ ਦਰਵਾਜ਼ੇ ਆਟੋਮੈਟਿਕਲੀ ਕਿਸਾਨ ਦੇ ਲਈ ਬੰਦ ਕਰ ਦਿੱਤੇ ਗਏ ਹਨ। ਇਹਦੇ ਵਿੱਚ ਵੀ ਕੁਝ ਸਮਝ ਨਹੀਂ ਆਉਂਦਾ, ਕਿਉਂਕਿ ਜੇ ਸੁਪਰੀਮ ਕੋਰਟ ਹਾਈ ਕੋਰਟ ਦੇ ਦਰਵਾਜ਼ੇ ਤੁਸੀਂ ਬੰਦ ਕਰ ਰਹੇ ਹੋ, ਜੁਡੀਸ਼ਰੀ ਦੇ ਦਰਵਾਜ਼ੇ ਬੰਦ ਕਰ ਰਹੇ ਹੋ ਕਿਸੇ ਲਈ, ਤਾਂ ਇਹਦਾ ਮਤਲਬ ਤੁਸੀਂ ਇਕੁਅਲਿਟੀ ਨੂੰ ਗਲਤ ਢੰਗ ਨਾਲ ਯੂਜ਼ ਕਰ ਰਹੇ ਹੋ, ਆਪਣੀ ਪਾਵਰ ਦਾ ਮਿਸਯੂਜ਼ ਕਰ ਰਹੇ ਹੋ। ਕਿਸਾਨਾਂ ਨੇ ਇਹਦੇ ਵਿੱਚ ਇੱਕ ਹੋਰ ਗੱਲ ਕਹੀ ਹੈ ਕਿ ਕਿਸਾਨ ਕਹਿ ਰਹੇ ਨੇ ਕਿ ਸਾਤੋਂ ਜੇ ਇਹਨਾਂ ਨੇ ਪੁੱਛਣਾ ਸੀਗਾ ਜਾਂ ਸਾਡੇ ਭਲਾਈ ਲਈ ਕੰਮ ਕਰਨਾ ਸੀਗਾ ਤੇ ਇਹਨੇ ਸਾਨੂੰ ਬਹਿ ਕੇ ਪੁੱਛਦੇ, ਸਾਡੀ ਗੱਲ ਸੁਣ ਨਹੀਂ ਰਹੇ, ਉਲਟਾ ਸਾਨੂੰ ਰੋਕਣ ਲਈ ਪੁਲਿਸ ਦਾ ਜ਼ੋਰ ਇਸਤੇਮਾਲ ਕੀਤਾ ਜਾ ਰਿਹਾ। ਜੋ ਕਿ ਹਿੰਸਕ ਝੜਪਾਂ ਹਰਿਆਣੇ ਤੇ ਲੁਧਿਆਣੇ ਤੇ ਕਿਤੇ ਤੁਹਾਨੂੰ ਵੇਖਣ ਨੂੰ ਜ਼ਰੂਰ ਮਿਲੀਆਂ ਹੋਣਗੀਆਂ। ਅੱਗੇ ਗੱਲ ਕਰਦੇ ਹਾਂ, ਇਹ ਕੋਈ ਤਸਵੀਰਾਂ ਨੇ ਹਰਿਆਣੇ ਦੀਆਂ ਜਿੱਥੇ ਕਿਸਾਨ ਯੂਨੀਅਨ ਨੇ ਆਪਣੇ ਪ੍ਰਦਰਸ਼ਨ ਕੀਤੇ। ਦੇ ਵਿੱਚ ਹੀ ਇਕੱਲੀਆਂ ਪੰਜਾਬ ਤੇ ਹਰਿਆਣੇ ਦੇ ਵਿੱਚ ਹੀ ਕੁੱਲ ਮਿਲਾ ਕੇ 25 ਯੂਨੀਅਨਾਂ ਹਨ ਕਿਸਾਨਾਂ ਦੀਆਂ, ਜੋ ਹਰ ਪ੍ਰਕਾਰ ਨਾਲ ਜੁੜੀਆਂ ਹੋਈਆਂ ਹਨ। ਉੱਥੇ ਹੀ ਟਰੱਕ ਯੂਨੀਅਨ ਨੇ ਵੀ ਕਿਹਾ ਹੈ ਕਿ ਉਹ ਵੀ ਉਹਨਾਂ ਦੇ ਨਾਲ ਹੈ, ਟਰਾਂਸਪੋਰਟ ਯੂਨੀਅਨ ਨੇ ਵੀ ਕਿਹਾ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਦੇ ਨਾਲ ਨੇ। ਕਿਸਾਨਾਂ ਨੇ ਆਪਣੇ ਰੋਸ ਮੁਜ਼ਾਹਰੇ ਕੱਢੇ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ, ਪਰ ਸਰਕਾਰ ਫਿਰ ਵੀ ਬਿੱਲ ਪਾਸ ਕਰਕੇ ਹਟੀ। ਰਾਜ ਸਭਾ ਲੋਕ ਸਭਾ ਵਿੱਚ ਬਿੱਲ ਪਾਸ ਹੋ ਚੁੱਕਾ ਹੈ, ਹੁਣ ਇਹ ਰਾਸ਼ਟਰਪਤੀ ਦੇ ਕੋਲ ਪਹੁੰਚ ਚੁੱਕਾ ਹੈ, ਜਿੱਥੇ 1-2 ਦਿਨ ਤਾਈਂ ਸ਼ਾਇਦ ਪਾਸ ਹੋ ਜਾਵੇ। ਉੱਥੇ ਹੁਣ ਸਿਆਸਤ ਦੀ ਗੱਲ ਕਰ ਲੈਂਦੇ ਥੋੜੀ ਜਿਹੀ। ਸ਼੍ਰੋਮਣੀ ਅਕਾਲੀ ਦਲ, ਬਾਦਲ ਸਰਕਾਰ ਵੀ ਕਹਿ ਦਿੰਦੇ ਆਪਾਂ, ਇਹਨਾਂ ਨੇ ਵੀ ਪਹਿਲਾਂ ਕਿਹਾ ਕਿ ਇਹ ਵੀ ਸਵਰ ਪਾਸ ਕੀਤਾ। ਤੁਸੀਂ ਪੁਰਾਣੇ ਮੈਨੀਫੈਸਟੋ ਦੇਖ ਲਓ ਕਾਂਗਰਸ ਦੇ, ਤੁਸੀਂ ਵੇਖ ਲਓ ਇਹਨਾਂ ਦੇ BJP ਦੇ, ਉਹਨਾਂ ਦੋਵਾਂ ਹੀ ਮੈਨੀਫੈਸਟੋਆਂ ਦੇ ਵਿੱਚ ਤੁਹਾਨੂੰ ਕਿਸਾਨਾਂ ਦੇ ਲਈ ਸੁਧਾਰ ਦੀ ਗੱਲ ਕੀਤੀ ਜਾਵੇਗੀ ਤੇ MSP ਨੂੰ ਚੇਂਜ ਕਰਨ ਦੀ ਗੱਲ ਕੀਤੀ ਜਾਂਦੀ ਹੈ। ਕਿਸਾਨਾਂ ਦੀ ਕੋਈ ਜ਼ਿਆਦਾ ਵੱਡੀ ਡਿਮਾਂਡ ਨਹੀਂ। ਕਿਸਾਨ
ਕਿਸਾਨ ਚਾਹੁੰਦੇ ਨੇ ਕਿ ਜੋ MSP ਦਾ ਹੈ ਉਸ ਨੂੰ ਵੀ ਲਾਅ ਦੇ ਵਿੱਚ ਇਨਕਲੂਡ ਕੀਤਾ ਜਾਵੇ ਤੇ ਉਹਦਾ ਇੱਕ ਵੱਖਰਾ ਲਾਅ ਹੀ ਬਣਾ ਦਿੱਤਾ ਜਾਵੇ ਕਿ ਕਿਸਾਨਾਂ ਦੀ ਫਸਲ ਦੀ ਜੋ ਰੇਟ ਹੈ ਪੱਕਾ ਮਿਲੂਗਾ ਕਿਸਾਨ ਨੂੰ, ਤਾਂ ਕਰ ਕਿਸਾਨ ਵੀ ਇੱਕ ਪਾਵਰ 'ਚ ਬੈਠਿਆ ਜਾ ਸਕੇ। ਜੇ ਗੱਲ ਕਰੀਏ ਆਪਾਂ ਯੂਰਪ ਦੀ ਤੇ ਅਮਰੀਕਾ ਦੀ, ਤਾਂ ਉੱਥੇ ਦੇ ਜੋ ਛੋਟੇ ਵਰਗ ਦੇ ਕਿਸਾਨ ਨੇ ਉਹ ਵੱਡੀ ਕੰਪਨੀਆਂ ਨਾਲ ਲੜਾਈ ਲੜ ਰਹੇ ਨੇ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ ਆਪਣਿਆਂ 'ਚ, ਅਤੇ ਕੁਝ ਉੱਥੇ ਵੀ ਸੰਘਰਸ਼ ਕਰ ਰਹੇ ਨੇ ਅਤੇ ਸੁਸਾਈਡ ਕਰ ਰਹੇ ਨੇ ਕਿਸਾਨ, ਛੋਟੇ ਕਿਸਾਨ। ਉਸੇ ਢੰਗ ਨਾਲ ਇਸ ਲਈ ਕਿਸਾਨ ਵੀ ਹੋਰ ਵੀ ਜ਼ਿਆਦਾ ਡਰ ਚੁੱਕਾ ਕਿ ਅੱਗੇ ਆਉਣ ਵਾਲਾ ਭਵਿੱਖ ਉਹਨਾਂ ਦਾ ਕੀ ਹੈ, ਉਹਨਾਂ ਬੱਚਿਆਂ ਦਾ ਭਵਿੱਖ ਕੀ ਹੈ। ਲੇਬਰ ਵਰਕ ਦੀ ਗੱਲ ਕਰਦੇ ਹਾਂ। ਲੇਬਰ ਵਰਕ ਦਾ ਜਿਹੜੀ ਸ਼ਹਿਰਾਂ 'ਚ ਸੀਗੀ ਉਹਨਾਂ ਫੈਕਟਰੀ ਦੇ ਮਾਲਕਾਂ ਨੇ ਸੰਭਾਲੀ, ਉਹ ਵਿਚਾਰੇ ਪਤਾ ਨਹੀਂ ਕਿਸ ਢੰਗ ਨਾਲ ਆਪਣੇ ਪਿੰਡਾਂ 'ਚ ਵਾਪਸ ਗਏ ਨੇ। ਬਿਹਾਰ, ਯੂਪੀ ਜਾਂ ਛੱਤੀਸਗੜ੍ਹ ਤੱਕ ਜਿੱਥੋਂ ਵੀ, ਈਵਨ ਦਿੱਲੀ ਨੇ ਆਪਣੇ ਬੰਦਿਆਂ ਲਈ ਬੱਸਾਂ ਤੱਕ ਨਹੀਂ ਦੇ ਸਕੇ, ਉਹ ਤੁਰ ਕੇ ਕਿੱਥੋਂ ਦੀ ਹੁੰਦੇ ਹੋਏ ਪਹੁੰਚੇ ਆ। ਕਿਸਾਨਾਂ ਨੇ ਫਿਰ ਵੀ ਆਪਣੇ ਇਹਨਾਂ ਲੇਬਰਾਂ ਦਾ ਹੱਥ ਫੜਿਆ ਤੇ ਉਹਨਾਂ ਨੂੰ ਕੁਝ ਨਾ ਕੁਝ ਖਾਣ ਪੀਣ ਨੂੰ ਦਿੰਦੇ ਰਹੇ ਆ। ਕਿਸਾਨ ਦੀ ਸਮਝ ਹੋਰ ਵੀ ਜਥੇਬੰਦੀਆਂ, ਹੋਰ ਵੀ ਲੋਕ ਅਦਾਰਾ ਦਿੰਦਾ ਰਿਹਾ। ਚਲੋ ਖੈਰ, ਅਸੀਂ ਆਪਣੇ ਮੁੱਦੇ ਤੇ ਮੁੜ ਕੇ ਆਈਏ। ਉੱਥੇ ਵੀ ਕੈਪਟਨ ਸਾਹਿਬ ਵੀ ਕੁਝ ਬੋਲਦੇ ਨਜ਼ਰ ਆਏ ਵਾ ਜਿਹੜੇ ਇਸ ਵਿੱਚ ਬਿੱਲ ਪਾਸ ਹੋਣ ਤੋਂ ਪਹਿਲਾਂ ਕਿ ਵੀ ਅਸੀਂ ਇਸ ਕਾਨੂੰਨ ਦੇ ਸਖਤ ਖਿਲਾਫ ਆ। ਖਿਲਾਫ ਤਾਂ ਆਪ ਹੀ ਹੋਣਾ ਆ। ਜਦੋਂ ਤੁਸੀਂ ਮੰਡੀ ਨੂੰ ਤੁਸੀਂ ਪਹਿਲਾਂ ਪ੍ਰਾਈਵੇਟ ਕਰਨ ਦਾ ਸ਼ੁਰੂਆਤ ਕੀਤੀ, ਸੈਂਟਰ ਨੇ ਜਦੋਂ ਇਸ ਸਵਾਲ ਜਵਾਬ ਜਦੋਂ ਚੱਲ ਰਹੇ ਸੀ ਪਾਰਲੀਮੈਂਟ ਦੇ ਵਿੱਚ, ਤਾਂ ਉੱਥੇ ਸੈਂਟਰ ਮਿਨਿਸਟਰੀ ਵੱਲੋਂ ਜਵਾਬ ਇਹ ਆਇਆ ਕਿ ਸਾਡੇ ਜਿਹੜੇ CM ਨੇ ਸਾਰੀਆਂ ਸਟੇਟਾਂ ਦੇ, ਉਹਨਾਂ ਨੂੰ ਇਸ ਗੱਲ ਦਾ 2 ਮਹੀਨੇ 3 ਮਹੀਨੇ ਪਹਿਲਾਂ ਹੀ ਦੱਸ ਦਿੱਤਾ ਗਿਆ ਸੀਗਾ ਤੇ ਉਹਨਾਂ ਦੀ ਵੀ ਇਸ ਚੀਜ਼ ਹਾਂ ਦੇ ਨਾਲ ਹਾਂ ਰਲੀ ਹੋਈ ਸੀ। ਅਮਰਿੰਦਰ ਸਰਕਾਰ ਵੱਲੋਂ ਵੀ ਜੋ ਮਾਰਕੀਟ ਬੋਰਡ ਹੈ, ਜੋ ਮਾਰਕੀਟ ਕਮੇਟੀ ਜਾਨੀ ਐਗਰੀਕਲਚਰ ਤੇ ਜੋ ਸਾਡੀ ਜਿੱਥੇ ਆਪਾਂ ਫਸਲਾਂ ਵੇਚਦੇ ਨੇ ਸਾਡੇ ਕਿਸਾਨ ਜਾ ਕੇ, ਉਹਨਾਂ ਦੀ ਕਰੀਬਨ 40% ਹਿੱਸੇਦਾਰੀ ਪ੍ਰਾਈਵੇਟਾਈਜੇਸ਼ਨ ਕਰ ਦਿੱਤੀ ਹੈ, ਜਾਨੀ ਕਿ ਪ੍ਰਾਈਵੇਟ ਕਰ ਦਿੱਤੀ ਸੀਗੀ, ਜਿਸ ਦਾ ਵਿਰੋਧ ਕੁਝ ਕਿਸਾਨਾਂ ਨੇ ਜਾਂ ਕੁਝ ਜਥੇਬੰਦੀਆਂ ਨੇ ਕੀਤਾ ਸੀਗਾ। ਉਸੇ ਚੀਜ਼ ਨੂੰ ਤੁਸੀਂ ਦੇਖੋਗੇ ਸਿਮਰਜੀਤ ਸਿੰਘ ਬੈਂਸ ਪੋਲੀਟੀਕਲ ਲੀਡਰ ਨੇ ਲੁਧਿਆਣੇ ਤੋਂ, ਉਹਨਾਂ ਨੇ ਵੀ ਇਸ ਚੀਜ਼ ਦਾ ਬਹੁਤ ਰੋਸ ਮੁਜ਼ਾਹਰਾ ਕੀਤਾ ਸੀਗਾ। ਉਹਨਾਂ ਨੇ ਵੀ ਰੈਲੀ ਕੱਢੀ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ। ਉਸ ਸਮੇਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੀਗਾ ਸਾਡੇ ਕਿਸਾਨਾਂ ਨੂੰ ਕਈਆਂ ਨੂੰ MSP ਕੀ ਹੈ। MSP ਦਾ ਜ਼ਿਆਦਾਤਰ ਫਾਇਦਾ ਸਾਡੇ ਕਿਸਾਨ ਆਪਣੇ ਪੰਜਾਬ ਤੇ ਹਰਿਆਣੇ ਦੇ ਲੈਂਦੇ ਨੇ, ਪਰ ਇਹਦੇ ਵਿੱਚ ਸਾਨੂੰ ਇੱਕ ਹੋਰ, ਇਹ ਨੇ ਐਗਰੀਕਲਚਰ ਮਿਨਿਸਟਰ ਸਾਡੇ ਸਟੇਟ ਦੇਸ਼ ਦੇ, ਇਹਨਾਂ ਦਾ ਨਾਮ ਹੈ ਨਰਿੰਦਰ ਸਿੰਘ ਤੋਮਰ। ਇਹ ਨੇ ਐਗਰੀਕਲਚਰ ਐਂਡ ਫਾਰਮ ਵੈਲਫੇਅਰ ਮਿਨਿਸਟਰੀ ਦੇ ਹੈੱਡ। ਤੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਜੀ ਸਾਡੇ ਕਿਸਾਨ ਜਿਨ੍ਹਾਂ ਦੇ ਤੁਹਾਨੂੰ ਹੈੱਡ ਬਣਾਇਆ ਗਿਆ ਹੈ ਉਹ ਤਾਂ ਰੋਲਦੇ ਫਿਰਦੇ ਨੇ, ਪੁੱਛੋ ਜਰਾ ਇੱਕ ਵਾਰੀ ਜਾ ਕੇ ਆਪਣੇ ਕਿਸਾਨਾਂ ਤੋਂ ਕਿ ਬਈ ਕੀ ਪ੍ਰੋਬਲਮ ਹੈ। ਨਹੀਂ, ਪਰ ਇਹ ਤਾਂ ਕਹਿੰਦੇ ਨਹੀਂ ਜੀ ਜੋ ਪਾਰਲੀਮੈਂਟ 'ਚ ਪਾਸ ਕਰ ਰਹੇ ਹੋ ਬਿਲਕੁਲ ਸਹੀ ਹੈ, ਵੈਲ ਐਂਡ ਗੁੱਡ ਯਾਰ। ਇਹ ਤਾਂ ਕੁਝ ਆਰਟੀਕਲ ਨੇ, ਇਹ 1952 ਦਾ ਆਇਆ ਜਿੱਥੇ 5 ਸਾਲ ਦੇ ਟਰਮ ਪੀਰੀਅਡ ਦੇ ਵਿੱਚ ਕੁਝ ਚੇਂਜਸ ਕੀਤੇ ਗਏ ਸਨ, ਅਤੇ ਇਹ 'ਚ ਦੱਸਿਆ ਜਾ ਰਿਹਾ ਕਿ ਸਾਡੀ ਪਾਪੂਲੇਸ਼ਨ ਦੇ ਵਿੱਚ ਕੀ ਪ੍ਰੋਬਲਮ ਸੀਗੀ ਨਾ, ਉਸ ਪਾਪੂਲੇਸ਼ਨ ਦੇ ਵਿੱਚ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਡੀ ਕਿੰਨੀ ਆਬਾਦੀ ਸੀ ਤੇ ਕਿੰਨਾ ਅਸੀਂ ਪਾਪੂਲੇਸ਼ਨ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਸੀਗੇ ਅਨਾਜ ਪੱਖੋਂ ਜਾਂ ਹੋਰ ਚੀਜ਼ਾਂ ਪੱਖੋਂ। ਪਹਿਲੇ ਸਾਡਾ ਯੰਗ ਦੇਸ਼ ਆਜ਼ਾਦ ਹੋਇਆ ਸੀ 1947 ਦੇ ਵਿੱਚ ਗੱਲ ਕਰ ਲਈਏ ਤਾਂ ਸਾਡਾ ਦੇਸ਼ ਦੀ ਅਰਥ ਵਿਵਸਥਾ ਬਹੁਤ ਜ਼ਿਆਦਾ ਡਾਊਨ ਸੀ ਤੇ ਸਾਡੀ ਆਬਾਦੀ ਜ਼ਿਆਦਾ ਸੀ, ਜ਼ਿਆਦਾ ਨਹੀਂ ਕਹਿ ਸਕਦੇ, ਮਤਲਬ ਸਾਡੇ ਕੋਲ ਖਾਣ ਪੀਣ ਨੂੰ ਅਨਾਜ ਨਹੀਂ ਸੀ ਉਸ ਸਮੇਂ। ਪਰ ਹੁਣ ਦੇਸ਼ ਨੇ ਆਤਮ ਨਿਰਭਰ ਹੋਇਆ ਉਸ ਸਮੇਂ, ਪਹਿਲਾਂ ਕਾਂਗਰਸ ਦੇ ਸਮੇਂ ਦੀ ਮੈਂ ਗੱਲ ਕਰ ਰਿਹਾ, ਜਿਹੜੀ ਪਾਰਟੀ ਰਹੀ ਹੋਈ, ਤਾਂ ਉਸ ਸਮੇਂ ਰੂਲਿੰਗ ਪਾਰਟੀ ਨੇ ਇਹਨੇ ਆਪਣੇ ਇਨੀਸ਼ੀਏਟਿਵ ਕੀਤੇ ਹਨਾ, ਓਪਨ ਮਾਰਕੀਟ ਕੀਤੀ ਬਾਹਰਲੀ ਕੰਪਨੀਆਂ ਦੇ ਲਈ, ਕਿਉਂਕਿ ਇਨਵੈਸਟਮੈਂਟ ਚਾਹੀਦੀ ਸੀਗੀ। ਇਨਵੈਸਟਮੈਂਟ ਕਿੰਨੀ ਕਰ ਲੈਂਦੇ ਆਪਣੇ ਕੋਲ ਹਨਾ, ਤੇ ਹਰੇਕ ਕੰਮ ਲਈ ਕੋਈ ਨਾ ਕੋਈ ਇਨਵੈਸਟਮੈਂਟ ਚਾਹੀਦੀ ਹੁੰਦੀ ਹੈ। ਉਹਨਾਂ ਨੇ ਇਨਵੈਸਟਮੈਂਟ ਕੀਤੀ ਤੇ ਪੰਜਾਬ ਨੇ ਆਪਣੇ ਘੱਟ ਤੋਂ ਘੱਟ ਲਗਾਤਾਰ 50-60 ਸਾਲ ਬਹੁਤ ਵਧੀਆ ਪ੍ਰੋਗਰੈਸ ਦਿਖਾਈ ਤੇ ਨੰਬਰ 1 ਬਣਿਆ ਰਿਹਾ ਵੀਟ ਜਾਨੀ ਕਣਕ ਦੇ ਮਾਮਲੇ ਦੇ ਵਿੱਚ, ਤੇ ਪੂਰੇ ਦੇਸ਼ ਦਾ ਢਿੱਡ ਭਰਦਾ ਰਿਹਾ। ਇਹਦੇ ਵਿੱਚੋਂ ਕੁਝ ਡਿਸਚਾਰਜ ਕੁਝ ਚੇਂਜਸ ਵੀ ਕੀਤੇ ਗਏ ਸਨ, ਜਿਵੇਂ ਕਿ 1950 ਦੇ ਵਿੱਚ ਕੁਝ ਹੋਰ ਵੀ ਚੇਂਜਸ ਕੀਤੇ ਗਏ ਸਨ, ਜੋ ਕਿ ਕਨਸਟੀਟਿਊਸ਼ਨ ਆਫ ਇੰਡੀਆ ਦੇ ਜੋ ਪੁਰਾਣਾ ਲਾਅ ਸੀ, ਜੋ ਕਿ ਹੋਰਾਂ ਦੇ ਕਨਸਟੀਟਿਊਸ਼ਨ ਚੋਂ ਹੀ ਲਿਆ ਗਿਆ ਸੀ, ਐਕਚੁਅਲੀ ਉਸ ਸਮੇਂ ਦੇ ਭਾਰਤ ਦੇ ਵਿੱਚੋਂ ਲਿਆ ਗਿਆ ਸੀ, ਉਸ ਦੇ ਵਿੱਚ ਚੇਂਜ ਕੀਤੇ ਗਏ ਸਨ ਕਿ ਕਿਸਾਨ ਆਪਣੇ ਲੈਂਡ ਦਾ ਖੁਦ ਮਾਲਕ ਹੋਊਗਾ ਪ੍ਰੋਪਰ ਪੂਰਾ ਹਨਾ, ਤੇ ਉਹਦੇ ਵਿੱਚ ਸਰਕਾਰ ਕੋਈ ਵੀ ਦਖਲਅੰਦਾਜ਼ੀ ਨਹੀਂ ਕਰ ਸਕਦੀ। ਜੇ ਸਰਕਾਰ ਨੂੰ ਕੁਝ ਲੈਣਾ ਹੋਊਗਾ ਤਾਂ ਸਰਕਾਰ ਆਪਣੇ ਸਰਕਾਰ ਨੇ ਕੁਝ ਲੈਣਾ ਹੋਊਗਾ ਤਾਂ ਉਸ ਦੀ ਡਬਲ ਜਾਂ ਟ੍ਰਿਪਲ ਪੇ ਕਰਕੇ ਉਸ ਲੈਂਡ ਨੂੰ ਐਕਵਾਇਰ ਕਰ ਸਕਦੀ ਹੈ। ਸਟੇਟ ਦੇ ਕੁਝ ਫਾਰਮਰ ਰਾਈਟਸ ਨੇ, ਇਹ ਤੁਸੀਂ ਪੜ੍ਹ ਲਿਓ, ਲੈਜਿਸਲੇਟਿਵ ਦੇ ਕਨਸਟੀਟਿਊਸ਼ਨ ਦੇ ਵਿੱਚ ਵੀ ਹਨ, 2001 ਦੇ ਵਿੱਚ ਇਹਨਾਂ ਨੂੰ ਚੇਂਜਸ ਕਰਦੇ ਰਹਿੰਦੇ ਨੇ। ਤੇ ਸਰਕਾਰ ਆਪਣੇ ਧੱਕੇ ਨਾਲ ਇੰਪੋਜ਼ ਕਰ ਰਹੀ ਹੈ ਸਾਰੇ ਰੂਲਸ ਐਂਡ ਰੈਗੂਲੇਸ਼ਨਸ, ਬਟ ਕਿਸਾਨ ਨੇ ਇਹੀ ਕਿਹਾ ਕਿ ਵੀ ਸਾਡੀ ਜੋ ਫਸਲਵਾੜੀ ਹੈ, ਹੁਣ ਜੇ ਆਪਾਂ ਅਸਾਮ ਵਾਲੀ ਸਾਈਡ ਚੱਲੀਏ ਉੱਥੇ ਮੱਛੀ ਹੋ ਗਈ, ਬੈਂਬੂਸ ਹੋ ਗਏ, ਇਹ ਚੀਜ਼ਾਂ ਦਾ ਮੇਨ ਕਾਰੋਬਾਰ ਇੱਕ ਤਰ੍ਹਾਂ ਚੱਲਦਾ ਹੈ ਵੀਟ ਦਾ ਹਨਾ, ਰਾਈਸ ਦਾ ਸੌਰੀ ਵੀਟ ਦਾ ਆਪਣੇ ਪੰਜਾਬ ਹਰਿਆਣੇ ਵਾਲੇ ਆ। ਪਰ ਜੋ ਸਾਡੀ ਮੇਨ ਲੇਬਰਸ ਆ ਰਹੀ ਨੇ ਬਿਹਾਰ, ਯੂਪੀ ਤੇ ਛੱਤੀਸਗੜ੍ਹ ਤੋਂ, ਕਿਉਂਕਿ ਉੱਥੇ MSP ਨਹੀਂ ਮਿਲਦਾ ਹੈਗਾ ਨਾ ਫਸਲਾਂ ਦੇ ਉੱਤੇ ਪ੍ਰੋਪਰ, ਉਹ ਵੀ ਖੇਤੀਬਾੜੀ ਕਰਦੇ ਆ, ਉਹ ਵੀ ਪੰਜਾਬ ਜਾ ਕੇ ਵਰਕ ਕਰਦੇ, ਕਿਉਂਕਿ ਇੱਥੇ ਇੱਕ ਪ੍ਰੋਪਰ MSP ਰੇਟ ਮਿਲ ਰਿਹਾ ਹੈ ਝੋਨੇ ਦਾ, ਕਣਕ ਦਾ, ਇੱਕ ਪ੍ਰੋਪਰ MSP ਰੇਟ ਮਿਲਿਆ। ਇਸ ਕਰਕੇ ਕਿਸਾਨ ਹੈ ਜੋ ਉਸ ਦੇ ਕੋਲ ਲੇਬਰ ਆ ਰਹੀ ਹੈ ਉਹ ਵੀ ਐਕਚੁਅਲੀ ਯੂਪੀ ਬਿਹਾਰ ਤੋਂ ਤਾਂ ਹੀ ਆ ਰਹੀ ਹੈ ਕਿਉਂਕਿ ਕਿਸਾਨ ਦੇ ਕੋਲ 4 ਪੈਸੇ ਬਚ ਜਾਂਦੇ ਨੇ ਕੰਮ ਕਰਨ ਦੇ ਲਈ। ਇਸ ਦੇ ਬਾਅਦ 1948 ਵਿੱਚ ਲੈਜਿਸਲੇਟਿਵ ਅਸੈਂਬਲੀ ਲਿਆ, ਇਹਦੇ ਵਿੱਚੋਂ ਐਗਰੀਕਲਚਰ ਲਾਅ ਪਾਸ ਕੀਤਾ ਗਿਆ। ਇਸੀ ਐਗਰੀਕਲਚਰ ਲਾਅ ਪਾਸ ਕੀਤਾ, ਇਸੀ ਲਾਅ ਨੂੰ ਹੁਣ ਚੇਂਜ ਕੀਤਾ ਜਾ ਰਿਹਾ ਹੈ ਮੋਦੀ ਵੱਲੋਂ।
ਲਾਅ ਇੰਪੋਜ਼ ਹੁੰਦਾ ਗਿਆ। ਹੁਣ MSP ਗੰਨੇ ਤੇ ਜੇ ਗੱਲ ਕਰਾਂ ਜੂਨ ਤੇ ਜੁਲਾਈ ਦੀ, ਤੇ ਉੱਥੇ ਵੀ 20 ਕੇ 30% ਇਹਨਾਂ ਗੰਨੇ ਦੀ ਫਸਲ ਦੇ ਉੱਤੇ ਸਰਕਾਰ ਵੱਲੋਂ MSP ਦੇ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਜੇ ਗੱਲ ਕਰੀਏ MSP ਜੇ ਗੰਨੇ ਦੇ ਰੇਟ, ਜੇ ਤੁਸੀਂ ਆਪਣੇ ਨਾ ਕਿਸੇ ਕਿਸਾਨ ਵੀਰ ਨੂੰ ਜਾ ਕੇ ਪੁੱਛੋ ਵੀ ਗੰਨੇ ਰੇਟ ਤੁਹਾਨੂੰ ਕੀ ਮਤਲਬ ਪ੍ਰਾਈਸ ਹੈ, ਜਿਹੜਾ ਪੈਸੇ ਆ ਉਹਦੇ ਮਿਲ ਜਾਂਦੇ ਆ, ਤਾਂ ਤੁਹਾਨੂੰ ਕਿਸਾਨ ਕਈ ਲੋਕ ਕਹਿਣਗੇ 2 ਸਾਲ ਬਾਅਦ ਮਿਲਦੀ ਆ, ਸਾਲ ਬਾਅਦ ਮਿਲਦੀ ਆ। ਇੱਕ ਬਹੁਤ ਵੱਡਾ ਮੇਜਰ ਡਰੋਪ ਬੈਕ ਆ ਭਾਰਤ ਦੇ ਵਿੱਚ, ਜੇ ਕਿ ਕਿਸਾਨ ਤੋਂ ਹਲੇ ਤਾਂ ਕਿਸਾਨ ਨੂੰ MSP ਦੇ ਵਿੱਚ ਦੇਣ ਲਈ ਕਿਹਾ ਗਿਆ। ਕਿਸਾਨ ਜੇ ਮਿਲ 'ਚ ਦੇ ਕੇ ਆਉਂਦਾ ਤਾਂ ਉਹਨੂੰ ਪੈਸੇ ਤਾਂ ਮਿਲਦੇ ਨਹੀਂ ਵੀਰ ਨੂੰ, ਜਿਹੜੇ ਲੋਨ ਹੈ ਕਿ ਰੁਕ ਜਾਂਦੇ ਨੇ ਨਹੀਂ, ਪਰ ਕਿਸਾਨ ਦਾ ਪੈਸਾ ਕਿਤੇ ਵੀ ਤੁਸੀਂ ਬਲੌਕ ਕਰ ਸਕਦੇ ਹੋ। ਹੁਣ ਫਾਰਮਰ ਮੋਟਾ ਕਹਿੰਦੇ ਕੀ ਪਏ ਨੇ, ਉਸ ਬਾਰੇ ਕੋਈ ਫੇਰ ਗੱਲਬਾਤ ਕਰ ਲੈਂਦੇ ਆਪਾਂ ਕਿ ਆਪਾਂ ਆਪਣਾ ਫਸਲ ਤਾਂ ਆਪਾਂ ਪਹਿਲਾਂ ਹੀ ਮਤਲਬ ਕਿਤੇ ਵੀ ਵੇਚ ਸਕਦੇ ਹਾਂ, ਉਹ ਤਾਂ ਪੁਰਾਣੇ ਲਾਅ ਦੇ ਵਿੱਚ ਹੈਗਾ ਹੀ ਆ। ਇਹਨੂੰ ਚੇਂਜ ਇਹਦੇ ਵਿੱਚ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੇ ਹੁਣ ਦੇ ਵਿੱਚ ਕੁਛ ਚੇਂਜ ਕਰਦੇ ਆ। ਦੂਜੀ ਗੱਲ ਇਹਨਾਂ ਦੀ ਸੇਲਿੰਗ ਪ੍ਰਾਈਸ ਜਿਹੜਾ ਨਾ ਰਾਈਟ ਆ ਉਹਨੂੰ ਇਫੈਕਟ ਹੋਊਗਾ। ਕੋਈ ਗਰੰਟੀ ਨਹੀਂ ਕਿ ਜਿਹੜੀ ਉਹਨੇ ਫਸਲ ਬੀਜੀ ਆ ਉਹਨੂੰ ਉਸ ਦੀ ਫਸਲ ਨੂੰ ਸਹੀ ਢੰਗ ਨਾਲ ਸਹੀ ਰੇਟ ਤੇ ਲਿਆ ਜਾਊਗਾ ਕਿ ਨਹੀਂ ਲਿਆ ਜਾਊਗਾ। ਉਹੀ ਗੱਲ ਕਿਸਾਨਾਂ ਤੋਂ ਨਹੀਂ ਪੁੱਛਿਆ ਗਿਆ, ਚੁੱਪਚਾਪ ਆਪਣੇ ਕੋਲ ਸਰਕਾਰ ਨੇ ਉਸ ਉੱਤੇ ਉੱਠਦੀ ਹੈ ਤੇ ਲਾਅ ਬਣਾ ਕੇ ਕਹਿੰਦੀ ਹੈ ਲੋ ਜੀ ਨਵਾਂ ਲਾਅ ਬਣਾ ਦਿੱਤਾ ਗਿਆ। ਕਾਰਪੋਰੇਟ ਕੰਪਨੀਆਂ ਨੂੰ ਜ਼ਿਆਦਾ ਪਾਵਰ ਦਿੱਤੀ ਗਈ ਹੈ, ਸਪਲਾਈ ਦੀ ਸਾਰੀ ਪਾਵਰ ਉਹਨਾਂ ਕੋਲ ਚਲੀ ਗਈ ਹੈ, ਜਾਣੀ ਕਿ ਕੋਈ ਫੈਸਲਾ ਕਰੂਗਾ ਕਾਰਪੋਰੇਟ ਅਦਾਰਾ ਕਰੂਗਾ। ਐਗਰੀਮੈਂਟ 'ਚ ਕਿਸਾਨ ਤੋਂ ਕੁਝ ਵੀ ਲਿਖਾਇਆ ਜਾ ਸਕਦਾ ਹੈ। ਹੁਣ ਸਰਕਾਰਾਂ ਕਹਿਣਗੇ ਜੀ ਕਿਸਾਨ ਦਾ ਪੜ੍ਹਿਆ ਲਿਖਿਆ ਕਿਸਾਨ ਹੈ ਸਾਡਾ, ਕਿਸੇ ਗਲਤੀ ਨਹੀਂ ਕਰ ਸਕਦਾ ਫਲਾਨਾ ਧਿਮਕੜ, ਬਟ ਹਰ ਥਾਂ DC ਨਹੀਂ ਹੋ ਸਕਦਾ। ਇੱਕ ਪਿੰਡ ਦੇ ਵਿੱਚ ਕਰੀਬਨ 50-60 ਫਾਰਮਰ ਨਾਰਮਲ ਹੁੰਦੇ ਨੇ, 100 ਦੇ ਵੀ ਕਈਆਂ ਦੇ ਹੁੰਦੇ ਆ। ਕਿ ਹਰੇਕ ਦਾ ਫੈਸਲਾ DC ਕਰਦਾ ਰਹੂਗਾ? ਹਰੇਕ ਪਿੰਡ ਦੇ ਉੱਤੇ ਕਿੰਨੇ DC ਲਾ ਦੂੰਗੇ ਤੁਸੀਂ, ਕਿੰਨੇ SDM ਲਾ ਦੂੰਗੇ ਤੁਸੀਂ? ਸਿਸਟਮ ਨਹੀਂ ਤਿਆਰ ਕੀਤਾ, ਪਰ ਤੁਸੀਂ ਉਸ ਚੀਜ਼ ਨੂੰ ਥੋਪ ਦਿੱਤਾ ਲੋਕਾਂ ਦੇ ਉੱਤੇ ਕਿ ਆ ਲਓ ਜੀ ਨਵਾਂ ਲਿਆ ਤਾਂ ਭੁਗਤੀ ਜਾਓ। ਠੀਕ, ਗੌਰਮੈਂਟ ਰਿਮੂਵ ਦੀ ਐਸੈਂਸ਼ੀਅਲ ਗੁੱਡਸ। ਹੁਣ ਐਸੈਂਸ਼ੀਅਲ ਗੁੱਡਸ ਕਿਹੜੇ ਹੁੰਦੇ ਨੇ? ਐਸੈਂਸ਼ੀਅਲ ਗੁੱਡਸ ਆਪਾਂ ਕਿਹਨਾਂ ਨੂੰ ਕਹਿੰਦੇ ਆ? ਡੇਲੀ ਨੀਡ ਯੂਜ਼ ਹੋਣ ਵਾਲੀ ਚੀਜ਼, ਵੀਟ, ਰਾਈਸ ਅਤੇ ਕੁਝ ਹੋਰ ਫੂਡ ਜੋ ਕਿ ਭਾਰਤ ਦੇ ਵਿੱਚ ਹੀ ਪਾਏ ਜਾਂਦੇ ਨੇ ਤੇ ਬਹੁਤ ਘੱਟ ਕੁਆਂਟੀਟੀ ਦੇ ਵਿੱਚ ਤੇ ਜ਼ਿਆਦਾ ਇੰਪੋਰਟੈਂਟ ਰੱਖਦੇ ਨੇ। ਹੁਣ ਜੇ ਗੱਲ ਕਰੀਏ COVID-19 ਦੇ ਪੈਂਡੇਮਿਕ ਦੌਰਾਨ ਦੇ ਵਿੱਚ, ਤਾਂ ਸਰਕਾਰ ਨੇ ਆਪਣੇ ਭੰਡਾਰੇ ਖੋਲ੍ਹੇ ਨੇ। ਭੰਡਾਰੇ ਕਿੱਥੇ ਦੇ ਖੁੱਲ ਗਏ ਸੀਗੇ? ਸਰਕਾਰ ਕੋਲ ਅਨਾਜ ਤਾਂ ਹੀ ਸੀਗਾ ਖੁੱਲ ਗਏ। ਜੇ ਮੰਨ ਲਓ ਕਿ ਆਪਣੇ ਕੋਲ ਅਨਾਜ ਨਾ ਹੁੰਦਾ ਸਰਕਾਰ ਦੇ ਕੋਲ, ਉਹਨੂੰ ਪ੍ਰਾਈਵੇਟ ਕੰਪਨੀ ਤੋਂ ਪਰਚੇਜ਼ ਕਰਨਾ ਪੈਂਦਾ। ਕੀ ਪ੍ਰਾਈਵੇਟ ਕੰਪਨੀ ਘੱਟ 'ਚ ਦਿੰਦੀ? ਨਹੀਂ, ਪ੍ਰਾਈਵੇਟ ਕੰਪਨੀ ਨੂੰ ਠੋਕ ਕੇ ਲੈਂਦੀ। ਜੇ ਹੁਣ 1000 ਦੀ ਚੀਜ਼ ਲਈ ਤਾਂ ਉਹ ਘੱਟ ਤੋਂ 2-3 ਹਜ਼ਾਰ ਦੀ ਵੇਚਦੀ ਸਰਕਾਰ ਨੂੰ, ਕਿਉਂਕਿ ਸਰਕਾਰ ਨੂੰ ਚਾਹੀਦੀ ਸੀ, ਡਿਮਾਂਡ ਸੀਗੀ। ਇਸ ਚੀਜ਼ ਲਈ ਸਰਕਾਰ ਨੂੰ ਵੀ ਕੁਛ ਇਸ ਬਾਰੇ ਸੋਚਣਾ ਚਾਹੀਦਾ ਸੀਗਾ। ਜਾਂ ਫਿਰ ਇੱਕ ਆਪਾਂ ਇਸ ਬਾਰੇ ਅੱਗੇ ਜਾ ਗੱਲ ਕਰਾਂਗੇ। ਇਹਦੇ ਵਿੱਚ ਮੇਨ ਰਿਵਿਊ ਰਾਈਟ ਪਲਸਿਸ ਕੋਈ ਦਾਲਾਂ ਹੁੰਦੀਆਂ ਨੇ ਤੇ ਕਿਸਾਨ ਦੇ ਵਿੱਚ ਕੋਈ ਓਬਜੈਕਸ਼ਨ ਨਹੀਂ ਚੱਕ ਸਕਦਾ ਕਿ ਉਹਦੀ ਜੇ ਫਸਲ ਸਰਕਾਰ ਨੇ ਪਰਚੇਜ਼ ਕਰਨੀ, ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਸਰਕਾਰ ਕੋਈ ਵੀ ਆਪਣਾ ਪ੍ਰੋਜੈਕਟ ਉੱਥੇ ਲਾਂਚ ਕਰਨਾ ਚਾਹੁੰਦੀ ਹੈ ਤੇ ਸਰਕਾਰ ਇਨੀਸ਼ੀਏਟਿਵ ਇੰਨਾ ਫਾਸਟ ਹੋਊਗਾ ਕਿ ਸਰਕਾਰ ਐਕਵਾਇਰ ਆਪਣੇ ਕੋਲ, ਜਾਣੀ ਕਿ ਸਰਕਾਰ ਚਾਹੁੰਦੀ ਸੀ ਕਿ ਜਿਹੜਾ ਵੀ ਪਲਾਂਟ ਜਾਂ ਫਿਰ ਕੁਛ ਵੀ ਆਪਣਾ ਐਗਰੀਕਲਚਰ ਲੈਂਡ ਦੇ ਉੱਤੇ ਕੁਛ ਕਰਨਾ ਹੈ ਤਾਂ ਉਸ ਜ਼ਮੀਨ ਦੀ ਰਿਕੁਆਇਰਮੈਂਟ ਆ ਤੇ ਉਸਨੂੰ ਫਾਸਟ ਵੇ ਨਾਲ ਪਿਕਅਪ ਕੀਤਾ ਜਾਵੇ। ਜਾਣੀ ਕਿ ਜਿਹੜੇ ਕੇਸਿਸ ਕਈ ਟਾਈਮ ਹੁੰਦਾ ਹੈ ਕਿ ਕਾਫੀ ਟਾਈਮ ਤੋਂ ਲੜਕੇ ਰਹਿੰਦੇ ਨੇ ਕਿਸਾਨਾਂ ਦੀ ਵਜ੍ਹਾ ਨਾਲ, ਕਿਸਾਨ ਆਪਣੀ ਜ਼ਮੀਨ ਨਹੀਂ ਵੇਚਦੇ, ਤਾਂ ਉਸ ਨੂੰ ਕਿਸਾਨ ਤੋਂ ਬਗੈਰ ਉਹਦੀ 2 ਜਾਂ 3% ਉਸ ਜ਼ਮੀਨ ਦਾ ਮਾਲਕਾਨਾ ਹੱਕ ਦੇ ਕੇ ਉਸ ਜ਼ਮੀਨ ਐਕਵਾਇਰ ਕੀਤਾ ਜਾਵੇ ਤੇ ਉੱਥੇ ਪ੍ਰੋਜੈਕਟ ਕੋਈ ਵੀ ਲਾਂਚ ਕੀਤਾ ਜਾਵੇ। ਪਰ ਵੇਖਣ ਨੂੰ ਤਾਂ ਇਹ ਲੱਗਦਾ ਹੈ ਕਿ ਵੀ ਪ੍ਰੋਜੈਕਟ ਤਾਂ ਕੋਈ ਸਰਕਾਰ ਲਾਂਚ ਨਹੀਂ ਕਰ ਰਹੀ, ਉਲਟਾ ਜੋ ਸਾਡੀਆਂ ਸਰਕਾਰੀ ਕੰਪਨੀਆਂ ਸੀ ਉਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਧੱਕ ਰਹੀਆਂ ਨੇ। ਮੋਟੀ ਮੋਟੀ ਗੱਲ ਫਿਰ ਤੋਂ ਗੱਲ ਕਰ ਲਈਏ, ਲੋਕ ਸਭਾ ਰਾਜ ਸਭਾ ਦੋ ਹੀ ਜੋੜ ਕੇ ਪਾਰਲੀਮੈਂਟ ਹਾਊਸ ਬਣਦਾ ਹੈ। ਇਹਨਾਂ 2 ਬਿੱਲਾਂ ਐਗਰੀਕਲਚਰ ਬਿੱਲ ਨੂੰ ਪਾਸ ਕਰ ਦਿੱਤਾ ਹੈ 2 ਹਾਊਸਾਂ ਨੇ। ਹੁਣ ਇਹ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸੈਂਡ ਕਰ ਦਿੱਤਾ ਹੈ। ਉਹਨਾਂ ਦੀ ਲਾਸਟ ਸਾਈਨ ਤੋਂ ਬਾਅਦ ਇਸ ਜੋ ਅਮੈਂਡਮੈਂਟ ਹੈ ਉਹ ਕਲੀਅਰ ਐਂਡ ਕੱਟ ਆਊਟ ਪਾਸ ਆਊਟ ਹੋ ਜਾਣਾ ਹੈ। ਇਸ ਵਿੱਚ ਕੋਈ ਕਿਸਾਨ ਕੋਈ ਵੀ ਬੰਦਾ ਕੁਛ ਨਹੀਂ ਕਰ ਸਕਦਾ। ਕਿਸਾਨ ਕੀ ਕਰ ਸਕਦੇ ਨੇ ਇਸ ਬਾਰੇ? ਜਦ ਸਰਕਾਰ ਨੂੰ ਚਾਹੀਦਾ ਸੀਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਦੋਸਤੋ, ਇੱਥੇ ਇੱਕ ਅਮੂਲ ਕੰਪਨੀ ਤਕਰੀਬਨ 3.5 ਮਿਲੀਅਨ ਫਾਰਮਰਸ ਆ ਉੱਥੇ ਮੋਟੇ ਅੱਖਰਾਂ ਲਿਖਦੇ ਆ 3.5 ਮਿਲੀਅਨ ਫਾਰਮਰਸ ਆਰ ਓਨਰਸ ਆਫ ਦਿਸ ਕੰਪਨੀ। ਆ ਮੂਲ ਕੰਪਨੀ ਦੇ ਮਾਲਕ ਹਨ, ਹੱਕ ਆ ਉਹਨਾਂ ਦੇ ਕੋਲ। ਇਹ ਸੈਂਟਰ ਦਾ ਇਨੀਸ਼ੀਏਟਿਵ ਸੀਗਾ ਗ੍ਰੀਨ ਰੈਵੋਲੂਸ਼ਨ, ਮਿਲਕ ਰੈਵੋਲੂਸ਼ਨ, ਯਾਨੀ ਦੁੱਧ ਦਾ ਮਤਲਬ ਗ੍ਰੀਨ ਰੈਵੋਲੂਸ਼ਨ ਜੋ ਸਾਡੇ 1956, 70, 65 ਦੇ ਵਿੱਚ ਆਇਆ ਸੀਗਾ, ਉਹ ਰੈਵੋਲੂਸ਼ਨ ਦੀ ਮੈਂ ਗੱਲ ਕਰ ਰਿਹਾ। ਉਸ ਤੋਂ ਬਾਅਦ ਵੇਰਕਾ ਕੰਪਨੀ ਸਰਕਾਰ ਦੀ ਪੰਜਾਬ ਦੀ ਹੈ, ਪੰਜਾਬ ਸਰਕਾਰ ਦੀ ਆ। ਉਸ ਟਾਈਮ ਇਹ ਬਹੁਤ ਵੱਡਾ ਰੈਵੋਲੂਸ਼ਨ ਲਿਆਂਦਾ ਗਿਆ। ਉਸ ਟਾਈਮ ਦੇ ਲੀਡਰ ਵੀ ਸੀਗੇ, ਉਹਨਾਂ ਨੂੰ ਵੀ ਪਤਾ ਸੀ ਕਿਸਾਨ ਨੂੰ ਕਿੱਦਾਂ ਪ੍ਰੋਗਰੈਸਿਵ ਕੀਤਾ ਜਾ ਸਕਦਾ ਹੈ, ਗੌਰਮੈਂਟ ਕਿੱਥੋਂ ਫਾਇਦਾ ਸਕਦਾ। ਇਹ 2 ਹੀ ਕੰਪਨੀਆਂ। ਹੁਣ ਮੈਂ ਜੇ ਗੱਲ ਕਰਾਂ ਵੇਰਕਾ ਦੀ, ਅਮੂਲ ਇੰਡੀਆ ਦੇ ਇਨੀਸ਼ੀਏਟਿਵ ਕਹਿ ਸਕਦੇ ਹਾਂ, ਇੰਡੀਅਨ ਦੇ ਹੈ ਨਾ। ਵੇਰਕਾ ਪੰਜਾਬ ਗੌਰਮੈਂਟ ਦਾ ਇਨੀਸ਼ੀਏਟਿਵ ਆ। ਸਰਕਾਰਾਂ ਚਾਹਣ ਤਾਂ ਬਹੁਤ ਕੁਛ ਕਰ ਸਕਦੀਆਂ, ਪਰ ਕਰਨ ਵਾਲੀ ਤਾਂ ਬਣਨ, ਪ੍ਰੋਗਰੈਸਿਵ ਲੈਵਲ ਸੋਚਦੇ ਨਹੀਂ। ਬਸ ਇਹ ਸੋਚਦੇ ਪਏ ਯਾਰ ਉਹ ਕਾਂਗਰਸ ਹੈ, ਉਹ BJP ਆ, ਉਹ ਫਲਾਨੀ ਗੌਰਮੈਂਟ ਦਾ ਬੰਦਾ ਆ।
ਨਹੀਂ, ਇਦਾਂ ਨਹੀਂ ਗੱਲ ਹੋਣੀ। ਜਾਂ ਆਪਣੇ ਇੱਕ ਮੇਨ ਫੋਕਸ ਦੇ ਨਾਲ ਨਹੀਂ ਤੁਰਦੇ, ਇੱਕ ਸਹੀ এনवायरमेंट ਨਹੀਂ ਕ੍ਰੀਏਟ ਕਰਦੇ, ਦੇਸ਼ ਤਰੱਕੀ ਨਹੀਂ ਕਰ ਸਕਦਾ। ਇਸ ਦੰਗੇ ਹੋਣੇ, ਲੜਾਈਆਂ ਹੋਣੀਆਂ, ਪੋਲੀਟੀਕਲ ਗੇਮਾਂ ਚੱਲਦੀ ਰਹਿਣੀਆਂ, ਹੋਰ ਕੁਝ ਨਹੀਂ ਹੋਣਾ। ਤੁਸੀਂ ਤਰੱਕੀ ਕਦੀ ਵੀ ਨਹੀਂ ਕਰ ਸਕਦੇ। ਸਰਕਾਰਾਂ ਦਾ ਤਾਂ ਇਹ ਹੋ ਗਿਆ। ਹੁਣ ਸਾਡੇ ਕਿਸਾਨਾਂ ਲਈ ਕੀ ਆ, ਉਹਦੀ ਵੀ ਗੱਲ ਕਰ ਲੈਂਦੇ ਆ। ਕਿਸਾਨਾਂ ਦੇ ਬੱਚੇ ਬਥੇਰੇ ਪੜ੍ਹੇ ਹੋ ਆ ਸੁੱਖ ਨਾਲ, ਕੋਈ ਹੁੰਦਾ ਜਿਹਦਾ ਨਹੀਂ ਪੜ੍ਹਿਆ, ਕੀ ਕਰ ਸਕਦੇ? ਹੁਣ ਸੇਮ ਫੰਕਸ਼ਨ ਇਦਾਂ ਇੰਪਲੀਮੈਂਟ ਕਰ ਸਕਦੇ ਸੀਗੇ। ਪੰਜਾਬ ਸਰਕਾਰ ਹੈਲਪ ਕਰਨਾ ਚਾਹੁੰਦੀ ਤਾਂ ਕਰ ਸਕਦੀ ਸੀਗੀ, ਹਰਿਆਣਾ ਸਰਕਾਰ ਕਰਨਾ ਚਾਹੁੰਦੀ ਕਰ ਸਕਦੀ ਸੀਗੀ, ਪਰ ਨਹੀਂ, ਇਹ ਸੈਂਟਰਾਈਜ਼ ਨਾਲ ਤੁਰਨਾ ਚਾਹੁੰਦੇ ਆ ਜੋ ਸੈਂਟਰ ਕਹਿ ਰਹੀ ਆ। ਜੇ ਕਿਸਾਨ ਵੀ ਆਪਣੇ ਕੋਈ ਕੋਆਪਰੇਟਿਵ ਅਦਾਰਾ ਖੋਲ ਲੈਣ, ਪਰ ਇਦਾਂ ਨਹੀਂ ਖੋਲਣ, ਉਹਨਾਂ ਨੂੰ ਪ੍ਰੋਪਰ ਇੱਕ ਪਲੈਨਿੰਗ ਕਰਨੀ ਪੈਣੀ ਆ, ਪ੍ਰੋਪਰ ਇੱਕ ਵੇ ਚਾਹੀਦਾ। ਉਹ ਵੇ ਕਿੱਥੋਂ ਹੋਊਗਾ? ਵਿਦਆਊਟ ਮਨੀ ਉਹ ਕਿਤੇ ਨਹੀਂ ਹੋਣਾ ਹੈਗਾ। ਕਿਸਾਨ ਇਕੱਲਾ ਕੁਝ ਨਹੀਂ ਕਰ ਸਕਦਾ, ਕਿਸਾਨ ਦੇ ਨਾਲ ਗੌਰਮੈਂਟ ਨੂੰ ਆਪਣਾ ਹੱਥ ਲਗਾਉਣਾ ਹੀ ਪੈਣਾ, ਤਾਂ ਕਰ ਆਪਾਂ ਅਮੂਲ ਜਾਂ ਫਿਰ ਵੇਰ ਕਰਕੇ ਕੰਪਨੀ ਖੜੀ ਕਰ ਸਕਦੇ। ਕਿਸਾਨ ਨੂੰ ਵੀ ਇੱਕ ਅਦਾਰਾ ਮਿਲ ਜਾਏ ਆਪਣੀ ਫਸਲ ਵੇਚਣ ਦਾ, ਉਹ ਵੀ ਉਹਦਾ ਆਪਣਾ ਘਰ ਦਾ, ਜਿਸ ਨੂੰ ਅੱਗੇ ਉਹ ਮੈਨੇਜ ਕਰੇ। ਉਹਦੇ ਹੀ ਬੱਚੇ ਯਾਰ IT 'ਚ ਆ, IT ਦੇ ਬੱਚੇ ਉਹਦੇ ਵੈਬਸਾਈਟਾਂ ਦਾ ਹੋਰ ਚੀਜ਼ਾਂ ਨੂੰ ਮੈਨੇਜ ਕਰ ਸਕਦੇ, ਪੋਰਟਫੋਲੀਓ ਨੂੰ IT ਡਿਪਾਰਟਮੈਂਟ ਮੈਨੇਜ ਕਰ ਸਕਦੇ ਆ। ਕਿਸਾਨ ਦੇ ਮਾਰਕੀਟਿੰਗ ਦੇ ਬੱਚੇ, ਮਾਰਕੀਟਿੰਗ ਕੀਤੀ ਬੱਚਿਆਂ ਨੇ, ਉਹ ਮੈਨੇਜ ਕਰ ਸਕਦੇ ਨੇ। ਪ੍ਰੋਪਰ ਇੱਕ ਪੇਮੈਂਟ ਲਾ ਕੇ ਓਪਨ ਸੋਰਸ ਵਾਂਗ ਰੱਖਣ ਕਿ ਵੀ ਹਾਂ ਵੀ ਓਪਨ ਰੱਖਣ ਕਿ ਵੀ ਹਾਂ ਵੀ ਇੱਕ ਪਰਟੀਕੂਲਰ ਆਪਾਂ ਚੀਜ਼ ਤਿਆਰ ਕਰ ਰਹੇ ਹਾਂ, ਇਹ ਕੰਪਨੀ ਤਿਆਰ ਕਰ, ਕੰਪਨੀ ਵਾਂਗ ਵਰਕ ਕਰਨ। ਕਿਸਾਨਾਂ ਨੂੰ ਇਸ ਚੀਜ਼ ਤੇ ਸਰਕਾਰ ਦੀ ਲੋੜ ਪੈਣੀ, ਸਰਕਾਰ ਨੂੰ ਇਸ ਚੀਜ਼ ਦੀ ਮਦਦ ਕਰਨੀ ਚਾਹੀਦੀ ਹੈ ਕਿ ਕੱਲ ਨੂੰ ਕਿਸਾਨ ਨੂੰ ਜੇ ਵਾਕਈ ਚਾਹੁੰਦੀ, ਸਰਕਾਰਾਂ ਚਾਹੁੰਦੀਆਂ ਨੇ, ਨਹੀਂ ਤਾਂ ਇਹਨਾਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ, ਧਰਨੇ ਦੇਣ ਦਾ ਕੋਈ ਫਾਇਦਾ ਨਹੀਂ। ਜੋ ਹੋਣਾ ਹੋਈ ਜਾਣਾ ਆ, ਕਿਸਾਨੀ ਮਰ ਜਾਣੀ ਆ ਤੇ ਉਹ ਮਰ ਕੇ ਹੀ ਰਹੂਗੀ। ਜੇ ਇਸ ਕਿਸਾਨੀ ਨੂੰ ਬਚਾਉਣਾ ਆ ਤਾਂ ਕਿਸਾਨ ਨੂੰ ਐਮਪਾਵਰ ਹੋਣਾ ਪੈਣਾ, ਬਾਹਰੋਂ ਆ ਕੇ ਕਿਸੇ ਨੇ ਨਹੀਂ ਕਰਨਾ ਹੈਗਾ, ਕਿਸਾਨ ਨੂੰ ਖੁਦ ਹੋਣਾ ਪੈਣਾ ਆ। ਕਿਸਾਨ ਸਰਕਾਰ ਤੋਂ ਡਿਮਾਂਡ ਕਰੇ ਸਾਡਾ ਵੀ ਇੱਕ ਖੁਦ ਦਾ ਕੋਆਪਰੇਟਿਵ ਅਦਾਰਾ ਬਣਾਇਆ ਜਾਵੇ, ਬੇਸ਼ੱਕ ਉਹ ਮਾਰਫੈਡ ਕੰਪਨੀ ਦੇ ਨਾਲ ਜੁਆਇੰਟ ਵੈਂਚਰ ਨਾਲ ਬਣਾਇਆ ਜਾਵੇ, ਚਾਹੇ ਉਹ ਕਿਸਾਨਾਂ ਦਾ ਹੀ ਇਕੱਲਾ ਇੱਕ ਮਾਰਫੈਡ ਵੈਂਚਰ ਹੋਵੇ ਜਿਸ 'ਚ ਸਰਕਾਰ ਆਪਣਾ 10% ਸਟੇਕ ਰੱਖ ਲਵੇ। ਸਰਕਾਰ ਆਪਣਾ 10% ਸਟੇਕ ਰੱਖ ਲਵੇ, ਉਹਨਾਂ ਕੀ ਹੋਣਾ ਕਿ ਕੁਝ ਸਰਕਾਰੀ ਬੰਦੇ ਸਿੱਧੇ ਸਾਡੇ ਨਾਲ ਅਪੁਆਇੰਟ ਹੋ ਜਾਣੇ ਆ, ਜੁਆਇੰਟ ਹੋ ਜਾਣੇ ਆ। ਉਸ ਸਮੇਂ ਸਾਡੀ ਟੈਲਿੰਗ ਕਰਦੇ ਨੇ, ਕੰਪਨੀ ਦੇ ਸਮੇਂ ਆਡਿਟ ਹੁੰਦਾ ਰਹਿਣਾ ਆ। ਕਿਸਾਨ ਸਿੱਧੇ ਪ੍ਰਾਈਵੇਟਾਈਜੇਸ਼ਨ 'ਚ ਚਲੇ ਗਏ, ਖੁਦ ਵੀ ਪ੍ਰਾਈਵੇਟ ਕੰਪਨੀ ਖੋਲੀ, ਬਟ ਉਹ ਕਾਮਯਾਬ ਨਹੀਂ ਹੋਣੀ, ਕਿਸੇ ਹੱਦ ਤੱਕ ਹੋ ਵੀ ਸਕਦੀ ਪਰ ਨਹੀਂ। ਬਟ ਉੱਥੇ ਜੇ ਸਰਕਾਰ ਵੀ 10% ਜਾਂ ਕੁਛ ਸਟੇਕ ਨਾਲ ਰਹਿ ਲਵੇ ਤਾਂ ਉਹ ਕੰਪਨੀ ਵਾਕਈ ਬਹੁਤ ਵਧੀਆ ਚੱਲੂਗੀ, ਕਿਉਂਕਿ ਉਹਦੇ ਵਿੱਚ ਪਾਰਟੀਸ਼ਨ ਹੋ ਜਾਣੀ ਹੈ ਪ੍ਰੋਪਰ। ਓਪਨਲੀ ਮਾਰਕੀਟ ਬਣਾਉਣ ਦੇ ਨਾਲ ਤਾਂ ਹੀ ਫਾਇਦਾ ਕਿ ਜੇ ਤੁਸੀਂ ਉਹਦੇ ਵਿੱਚ ਕੰਪੀਟੀਸ਼ਨ ਕਰਾਓਗੇ। ਕੰਪੀਟੀਸ਼ਨ ਕੋਆਪਰੇਟਿਵ ਅਦਾਰੇ ਜੇ ਰਲ ਮਿਲ ਗਏ, ਫਿਰ ਜਿੱਦਾਂ ਹੁਣ ਆੜ੍ਹਤੀ ਰਲ ਮਿਲ ਗਏ ਤੇ ਕਿਸਾਨਾਂ ਦੀ ਫਸਲਾਂ ਦਾ ਰੇਟ ਘੱਟ ਕਰਨਾ ਪਏ, ਤਾਂ ਉਹੀ ਕੰਮ ਫੇਰ ਹੁਣ ਹੋ ਜਾਣਾ ਅੱਗੇ ਜਾ ਕੇ। ਉਸ ਚੀਜ਼ ਨੂੰ ਰੋਕਣ ਲਈ ਇਹ ਇੱਕ ਬਲੌਗ ਤਿਆਰ ਕਰਨਾ ਹੀ ਪੈਣਾ ਆ। ਬਾਕੀ ਦੋਸਤੋ, ਕਿਵੇਂ ਤੁਹਾਨੂੰ ਇਹ ਵੀਡੀਓ ਲੱਗੀ? ਤੁਹਾਨੂੰ ਸਿੱਖਣ ਨੂੰ ਕੁਛ ਨਾ ਕੁਛ ਮਿਲਿਆ ਹੋਵੇਗਾ, ਮਿਲਿਆ ਤਾਂ ਲਾਈਕ ਕਰ ਦਿਓ, ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ।